ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਹਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਦੀਖਿਆ ਆਖ ਬੁਝਾਇਆ, ਸਿਫਤੀ ਸਚ ਸਮੇਓ। ਤਿਨ ਕਉ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦੇਓ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਏ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨ ਕੁੰਜੀ ਹੱਥ। ਬੇਸੁਮਾਰ ਅਥਾਹ ਅਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਿਰੰਕਾਰ ਆਕਾਰ, ਅਛਲ ਪੂਰਨ ਅਬਿਨਾਸੀ। ਹਰਖਵੰਤ ਆਨੰਤ ਰੂਪ, ਨਿਰਮਲ ਬਿਗਾਸੀ। ਨਿਰੰਕਾਰ ਆਕਾਰ, ਅਛਲ ਪੂਰਨ ਅਬਿਨਾਸੀ। ਹਰਖਵੰਤ ਆਨੰਦ ਰੂਪ, ਨਿਰਮਲ ਬਿਗਾਸੀ। ਗੁਣ ਗਾਵਹਿ ਬੇਅੰਤ, ਅੰਤ ਇਕ ਤਿਲ ਨਹੀਂ ਪਾਸੀ। ਜਾ ਕੋ ਹੋਹਿ ਕਿਰਪਾਲ, ਸੋ ਜਨ ਪ੍ਰਭ ਤੁਮਹਿ ਮਿਲਾਸੀ। ਧੰਨ ਧੰਨ ਤੇ ਧੰਨ ਜਨ, ਜਿਹ ਕਿਰਪਾਲ ਹਰਿ ਹਰਿ ਪਇਓ। ਹਰਿ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹ ਥੇ ਰਹਿਓ। ਹਰਿ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹ ਥੇ ਰਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ, ਕਰੁਣਾ ਨਿਧ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ
ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸ਼ਬਦ ਦੇ ਆਧਾਰ ਨਾਲ, ਸ਼ਬਦ ਦੇ ਅਭਿਆਸ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਬਾਣੀ ਦਾ ਪਾਵਨ ਵਾਕ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਕਿ ਸਿੱਖ ਨੇ ਜਦੋਂ ਗੁਰੂ ਕੀ ਰਹਿਮਤ ਨੂੰ ਮੰਨਣਾ ਹੈ ਤਾਂ ਪਹਿਲਾਂ ਤਾਂ ਰਹਿਮਤ ਦਾ ਪੜਾਅ ਹੈ ਕਿ ਉਹ ਆਪਣੇ ਕਦਮਾਂ ਨਾਲ ਚੱਲ ਕੇ ਜਦ ਗੁਰੂ ਸ਼ਰਨ ਆਉਂਦਾ ਹੈ, ਆਪਣਾ ਮਸਤਕ ਗੁਰੂ ਚਰਨਾਂ ਵਿਖੇ ਭੇਟ ਕਰਦਾ ਹੈ, ਅਤੇ ਇਹ ਸਤਿਗੁਰੂ ਕੀ ਰਹਿਮਤ ਨੂੰ ਮਾਨਣ ਦਾ ਪਹਿਲਾ ਪੜਾਅ ਹੈ ਸਿੱਖ ਦੇ ਜੀਵਨ ਵਿੱਚ। ਪਰ ਉਸ ਤੋਂ ਅੱਗੇ ਜਦੋਂ ਉਸਨੇ ਐਸੀ ਰਹਿਮਤ, ਜਿਵੇਂ ਕੁਦਰਤੀ ਹੈ, ਇੱਕ ਬੱਚਾ ਮਾਤਾ ਤੋਂ ਪੈਦਾ ਹੁੰਦਾ ਹੈ, ਪੈਦਾ ਹੋਣ ਦੇ ਨਾਲ ਉਹਦਾ ਪੁੱਤਰ ਤਾਂ ਹੋ ਗਿਆ, ਪਰ ਉਹਦੇ ਜੀਵਨ ਦੀ ਪ੍ਰਤਪਾਲਣਾ ਉਹਦੇ ਤੋਂ ਖੁਰਾਕ ਲੈਣ ਦੇ ਨਾਲ ਹੁੰਦੀ ਹੈ। ਇੰਜ ਸਿੱਖ ਦੀ ਸ਼ਰਧਾ ਦਾ ਮੁਕਾਮ ਨਤਮਸਤਕ ਹੋ ਕੇ ਗੁਰੂ ਕਿਰਪਾ ਨਾਲ ਜੁੜਤਾ ਗਿਆ, ਪਰ ਬਾਣੀ ਦੀ ਵਿਚਾਰ, ਫਿਰ ਬਾਣੀ ਦੀ ਵਿਚਾਰ ਦੁਆਰਾ ਹੀ ਜਿਹੜਾ ਹਿਰਦੇ 'ਚ ਰਸ ਬਣਨਾ ਹੈ, ਗਿਆਨ ਦਾ ਪ੍ਰਕਾਸ਼ ਬਣਨਾ ਹੈ, ਸੁਰਤ ਉਜਲ ਹੋਣੀ ਹੈ, ਮਨ ਦਾ ਜਿਹੜਾ ਸੰਸਾਰ ਰੁਸ਼ਨਾਇਆ ਜਾਣਾ ਹੈ, ਅਤੇ ਫਿਰ ਗੁਰਸਿੱਖ ਦੇ ਜੀਵਨ 'ਚ ਗੁਰੂ ਕੀ ਰਹਿਮਤ ਠੀਕ ਢੰਗ ਦੇ ਨਾਲ ਵਸਦੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਲੜੀਵਾਰ ਰੂਪ ਦੇ ਵਿੱਚ ਕਥਾ ਸ਼ਰਵਣ ਕਰਕੇ ਅਧਿਆਤਮਕ ਲਾਭ ਪ੍ਰਾਪਤ ਕਰਦੇ ਹੋ। ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਅਕਾਲ ਪੁਰਖ ਸਰੂਪ ਅਤੇ ਗੁਰੂ ਨਾਨਕ ਦੀ ਅਭੇਦਤਾ ਜੋ ਇੱਕੋ ਰੂਪ ਵਿੱਚ ਹੈ, ਉਸ ਨੂੰ ਵਰਣਨ ਕਰਦਿਆਂ ਗੁਰੂ ਸਾਹਿਬ ਜੀ ਨੇ ਸਵਈਆਂ ਦਾ ਉਚਾਰਨ ਕੀਤਾ ਹੈ। 4 ਸਵਈਆਂ ਦੀ ਆਪ ਜੀ ਨੇ ਲੜੀਵਾਰ ਵਿਆਖਿਆ ਸ਼ਰਵਣ ਕਰ ਚੁੱਕੇ ਹੋ। ਅਗਲੇ ਵਿਆਖਿਆ ਪਾਠ ਦੇ ਨਾਲ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਰੰਕਾਰ ਆਕਾਰ ਅਛਲ ਪੂਰਨ ਅਬਿਨਾਸੀ। ਵਿਆਖਿਆ ਤੋਂ ਪਹਿਲਾਂ ਇੱਕ ਨੁਕਤਾ ਆਪਦੇ ਸਨਮੁਖ ਰੱਖਦਿਆਂ, ਸਿੱਖ ਮੱਤ ਦੇ ਵਿੱਚ ਜਦੋਂ ਸਾਨੂੰ ਲੱਗਦਾ ਕਈ ਦਫਾ ਕਿ ਗੁਰੂ ਕੀ ਉਸਤੁਤੀ ਹੀ ਅਕਾਲ ਪੁਰਖ ਦੇ ਸਮਾਨ ਕੀਤੀ ਜਾ ਰਹੀ ਹੈ, ਜਿਵੇਂ ਅਕਾਲ ਪੁਰਖ ਨੂੰ ਘੱਟ ਘੱਟ ਵਿਆਪਕ, ਅੰਤਰਜਾਮੀ, ਅਬਿਨਾਸ਼ੀ, ਇਹਨਾਂ ਸਾਰੇ ਪੱਖਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ ਜਾਂ ਉਸ ਦੀ ਹਸਤੀ ਦੀ ਵਿਚਾਰ ਕੀਤੀ ਜਾਂਦੀ ਹੈ, ਤਾਂ ਸਾਨੂੰ ਲੱਗਦਾ ਹੋਏਗਾ ਕਿ ਇਹ ਗੁਰ ਦੀ ਸਿਫਤ ਅਕਾਲ ਪੁਰਖ ਦੇ ਬਰਾਬਰ ਕਿਉਂ ਹੋ ਰਹੀ ਹੈ। ਤਾਂ ਸਾਨੂੰ ਬਾਣੀ ਦਾ ਇੱਕ ਖਿਆਲ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਾਡੇ ਸਤਿਗੁਰੂ ਸਰੂਪ ਦੇ 3 ਭੇਦ ਹਨ। ਇੱਕ ਭੇਦ ਹੈ ਸਤਿਗੁਰੂ ਜਿਹੜਾ ਸਦੀਵੀ ਵਿਆਪਕ ਹੈ ਅਕਾਲ ਪੁਰਖ ਵਾਂਗ। ਫਿਰ ਇੱਕ ਦੂਸਰਾ ਹੈ ਗੁਰੂ ਜਦੋਂ ਉਹ ਸਾਡੇ ਸਨਮੁਖ ਸਰਗੁਣ ਰੂਪ ਦੇ ਨਾਲ ਆਉਂਦਾ ਹੈ। ਫਿਰ ਤੀਸਰਾ ਰੂਪ ਹੈ ਬਾਣੀ ਜਿਹਦਾ ਸਦੀਵੀ ਪ੍ਰਕਾਸ਼ ਹੈ। ਇਸ ਕਰਕੇ ਬਾਣੀ ਦਾ ਸਿਧਾਂਤ ਹੈ ਗੁਰ ਪਰਮੇਸ਼ਰ ਏਕੋ ਜਾਣ, ਕਿ ਗੁਰੂ ਹੀ ਸਾਨੂੰ ਪਰਮੇਸ਼ਰ ਦੀ ਲਖਤਾ ਦਾ, ਕਿਉਂਕਿ ਗੁਰੂ ਆਪ ਉਸ ਵੱਡੀ ਸਮਰੱਥਾ 'ਚੋਂ ਉਤਪੰਨ ਹੋਏ ਹਨ, ਪ੍ਰਕਾਸ਼ਿਤ ਹੋਏ ਹਨ। ਇਸ ਕਰਕੇ ਸਾਨੂੰ ਉਹੀ ਅਕਾਲ ਪੁਰਖ ਦਾ ਭੇਦ ਜਣਾ ਸਕਦੇ ਹਨ ਜਿਹੜੇ ਅਕਾਲ ਪੁਰਖ ਰੂਪ ਤੋਂ ਸਰਗੁਣ ਰੂਪ ਵਿੱਚ ਪ੍ਰਗਟੇ ਹਨ। ਇਸ ਕਰਕੇ ਸਾਡਾ ਸਿੱਖ ਸਿਧਾਂਤ ਗੁਰ ਪਰਮੇਸ਼ਰ ਨੂੰ ਇੱਕੋ ਜਾਣਦਾ ਹੈ ਕਿ ਅਕਾਲ ਪੁਰਖ ਵਿੱਚ ਗੁਰੂ ਅਤੇ ਗੁਰੂ ਅਕਾਲ ਪੁਰਖ ਦੇ ਵਿੱਚ ਇੱਕਮਿਕ ਅਭੇਦ ਹਨ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਅੱਜ ਦੇ 5ਵੇਂ ਸਵਈਏ ਦੁਆਰਾ ਨਿਰੰਕਾਰ ਆਕਾਰ। ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਦੇ ਸੰਬੰਧ ਦੇ ਵਿੱਚ ਉਹ ਨਿਰਾਕਾਰ ਹਨ, ਕਿਸੇ ਆਕਾਰ ਵਿੱਚ, ਕਿਉਂਕਿ ਅਸੀਂ ਗੁਰੂ ਨਾਨਕ ਨੂੰ, ਗੁਰੂ ਅਰਜਨ ਦੇਵ ਸਾਹਿਬ ਜੀ ਅਕਾਲ ਪੁਰਖ ਰੂਪ ਸੰਬੋਧਿਤ ਹੋ ਰਹੇ ਹਨ।
ਇੱਕ ਇਸ ਕਰਕੇ ਆਖਦੇ ਨਿਰੰਕਾਰ, ਕਿ ਉਹਦਾ ਕੋਈ ਆਕਾਰ ਨਹੀਂ ਹੋ ਸਕਦਾ, ਪਰ ਨਾਲ ਹੀ ਸ਼ਬਦ ਵਰਤਿਆ ਆਕਾਰ। ਇੱਕ ਪਾਸੇ ਆਖਦੇ ਆ ਕਿ ਉਹ ਨਿਰਾਕਾਰ ਹੈ, ਦੂਜੇ ਪਾਸੇ ਆਖਦੇ ਆ ਕਿ ਆਕਾਰ। ਇਸ ਦਾ ਕੀ ਭਾਵ ਹੈ? ਸਰਲ ਢੰਗ ਦੇ ਨਾਲ ਅਰਜ਼ ਕਰਨ ਦਾ ਯਤਨ ਕਰਾਂ। ਭਾਈ ਨੰਦ ਲਾਲ ਜੀ ਦੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਰੇ ਜ਼ਿਕਰ ਪੜ੍ਹਦੇ ਹਾਂ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਬਾਰੇ ਇੱਕ ਜ਼ਿਕਰ ਕੀਤਾ ਹੈ, ਰਾਹੇ ਜ਼ਿਕਰਮ ਬਾ ਆਲਮੇ ਬਿਨੁਮਾ ਬਾਹ ਮਾ ਸੋਜੇ ਵਸਫ ਮਨ ਗੋਇਆ, ਕਿ ਜਦੋਂ ਇਸ ਨਿਰੰਕਾਰ ਅਕਾਲ ਪੁਰਖ ਨੇ ਸਾਰੀ ਕਾਇਨਾਤ ਪੈਦਾ ਕੀਤੀ, ਜੀਵ ਪੈਦਾ ਕੀਤੇ, ਮਨੁੱਖ ਪੈਦਾ ਕੀਤੇ, ਅਤੇ ਸਾਰਿਆਂ ਨੂੰ ਉੱਜਲ ਆਤਮ ਰੂਪ ਬਖਸ਼ਿਸ਼ ਕਰਕੇ ਆਪਣੇ ਸਰੂਪ ਦੀ ਸਿਫਤ ਸਲਾਹ ਕਰਨ ਦਾ ਢੰਗ ਦੱਸਿਆ, ਆਪਣੀ ਯਾਦ ਸੰਭਾਲਣ ਦਾ ਸਾਰਿਆਂ ਨੂੰ ਉਪਦੇਸ਼ ਰੂਪ ਦੇ ਕੇ ਇਸ ਜਗਤ ਵਿੱਚ ਭੇਜਿਆ। ਇਸ ਜਗਤ ਵਿੱਚ ਭੇਜਣ ਤੋਂ ਬਾਅਦ ਸਾਰੀ ਮਨੁੱਖਤਾ ਮਾਲਕ ਦੇ ਉੱਜਲ ਸਰੂਪ ਨੂੰ, ਉਹਦੇ ਉੱਚ ਸਰੂਪ ਨੂੰ ਭੁੱਲ ਗਈ ਅਤੇ ਆਪੋ ਆਪਣੇ ਕਰਮ ਕਾਂਡਾਂ ਦੇ ਮਾਇਆ ਦੇ ਸੁਭਾਅ ਦੇ ਵਿੱਚ ਲੱਗ ਗਈ। ਜਦੋਂ ਸਾਰੀ ਕਾਇਨਾਤ ਮਾਇਆ ਦੇ ਪ੍ਰਪੰਚ ਵਿੱਚ ਲੱਗ ਕੇ ਖੁਆਰ ਹੋਣ ਲੱਗ ਪਈ ਤਾਂ ਨਿਰੰਕਾਰ ਸਰੂਪ ਨੇ ਆਪਣੀ ਸਮਰੱਥਾ ਪਹਿਲਾਂ ਕਈ ਅਵਤਾਰਾਂ ਨੂੰ, ਕਈ ਪੀਰਾਂ ਪੈਗੰਬਰਾਂ ਨੂੰ ਆਪੋ ਆਪਣੀ ਸਮਰੱਥਾ ਦੇ ਕੇ ਭੇਜਿਆ ਕਿ ਜਗਤ ਨੂੰ ਬੰਦਗੀ ਦਾ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਮਾਰਗ ਦਿਖਾਇਆ ਜਾਵੇ। ਉਹਨਾਂ ਸਾਰੇ ਪੀਰਾਂ ਪੈਗੰਬਰਾਂ ਨੇ ਆਪਣਾ ਬੜਾ ਪੁਰਜ਼ੋਰ ਯਤਨ ਕੀਤਾ, ਪਰ ਉਹਨਾਂ ਦੇ ਪੁਰਜ਼ੋਰ ਯਤਨ ਦੇ ਬਾਵਜੂਦ ਵੀ ਮਾਨਵਤਾ ਦੀ ਜਿਹੜਾ ਮੁਹਾਨ ਸੀ ਇੱਕ ਅਕਾਲ ਪੁਰਖ ਦੀ ਮਾਰਗ ਵੱਲ ਨਾ ਮੁੜ ਸਕਿਆ। ਤਾਂ ਫਿਰ ਗੁਰੂ ਸਾਹਿਬ ਜੀ ਆਖਦੇ ਨਿਰੰਕਾਰ, ਜੋ ਗੁਰੂ ਨਾਨਕ ਨਿਰਾਕਾਰ ਸਰੂਪ ਹੈ, ਫਿਰ ਉਸ ਨੇ ਆਪਣੀ ਕਲਾ ਧਾਰ ਕੇ ਆਕਾਰ ਸਰੂਪ ਧਾਰਨ ਕਰ ਲਿਆ ਤਾਂ ਕਿ ਖੁਦ ਅਕਾਲ ਪੁਰਖ ਆਪਣੀ ਬੰਦਗੀ ਦਾ ਮਾਰਗ, ਅਕਾਲ ਪੁਰਖ ਦੀ ਅਭੇਦਤਾ ਦਾ ਮਾਰਗ ਖੁਦ ਮਨੁੱਖਾਂ ਦੇ ਵਿੱਚ ਸ਼ਾਮਲ ਹੋ ਕੇ ਦੱਸੇ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨਿਰੰਕਾਰ ਆਕਾਰ। ਉਹਦੀ ਪਹਿਲੀ ਸਰੂਪ ਦੀ ਲਖਤਾ ਉਹ ਕਿਸੇ ਆਕਾਰ ਵਿੱਚ ਨਹੀਂ ਆ ਸਕਦਾ, ਉਹਦੇ ਬਾਰੇ ਕਿਹਾ ਜਾਂਦਾ ਹੈ। ਪਰ ਅਸੀਂ ਮੂਲ ਮੰਤਰ 'ਚ ਪੜ੍ਹਦੇ ਹਾਂ ਅਕਾਲ ਮੂਰਤ, ਕਿ ਜਦੋਂ ਉਸਨੇ ਧਰਤੀ 'ਤੇ ਬਿਲਕੁਲ ਨਿਰੋਲ ਧਰਮ ਦੀ ਸਥਾਪਨਾ ਕਰਨੀ, ਫਿਰ ਅਕਾਲ ਪੁਰਖ ਰੂਪ ਕਲਾ ਧਾਰਨ ਕਰਕੇ ਫਿਰ ਆਕਾਰ ਦੇ ਵਿੱਚ ਆ ਜਾਂਦਾ ਹੈ ਤਾਂ ਕਿ ਸਾਡੇ ਵਾਂਗ ਜਿਉਂ ਕਿ ਸਾਡੇ ਵਰਗੇ ਜੀਵਨ ਦੇ ਸਾਰੇ ਹਾਲਾਤ ਨੂੰ, ਜਿਵੇਂ ਕੁਦਰਤੀ ਹੈ, ਅਸੀਂ ਕਈ ਦਫਾ ਆਪਸ ਦੇ ਵਿੱਚ ਜਦ ਕਦੇ ਬੰਦਗੀ ਦੇ ਨਾਲ ਜੁੜੇ ਖਿਆਲਾਂ ਦੀ ਸਾਂਝ ਕਰਦੇ ਹਾਂ ਤਾਂ ਗੁਰੂ ਸਾਹਿਬਾਨਾਂ ਦੇ ਜੀਵਨ ਦੀ ਕਰਨੀ ਵਾਜ ਕੇ ਆਖਦੇ ਕਿ ਸਾਡੇ ਕੋਲ ਉਨੀ ਭਗਤੀ ਸਾਧਨਾ, ਉਤਨਾ ਵੈਰਾਗ ਨਹੀਂ ਹੋ ਸਕਦਾ। ਤਾਂ ਜਦੋਂ ਨਿਰੰਕਾਰ ਆਕਾਰ ਹੋਇਆ ਉਹ ਇਸੇ ਕਰਕੇ ਹੋਇਆ ਹੈ ਕਿ ਮਨੁੱਖ ਦੇ ਅੰਦਰ ਜਿਹੜਾ ਧਰਤੀ 'ਤੇ ਵਿਚਰਦੇ ਆ ਆਪਣੇ ਛੋਟੇਪਣ ਦਾ ਇੱਕ ਹੀਣਤਾ ਜਾਂ ਅਹਿਸਾਸ ਪੈਦਾ ਹੋ ਗਿਆ ਹੈ, ਉਸ ਨੂੰ ਤੋੜ ਕੇ ਗਿਆਨ ਦੇ ਪ੍ਰਕਾਸ਼ ਨਾਲ ਪਰਮੇਸ਼ਰ ਜਿੱਡਾ ਕਰਨਾ ਤਾਂ ਕਿ ਉਹਦੇ ਜੀਵਨ ਦੇ ਵਿੱਚ ਇੱਕ ਅਧਿਆਤਮਿਕ ਉਚਾਈ ਬਣੀ ਰਹੇ। ਇਸ ਕਰਕੇ ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ ਨਿਰੰਕਾਰ ਆਕਾਰ, ਕਿ ਅਕਾਲ ਪੁਰਖ ਨਿਰਾਕਾਰ ਗੁਰੂ ਨਾਨਕ ਸਰੂਪ ਆਕਾਰ ਸਰਗੁਣ ਰੂਪ ਧਾਰਨ ਕਰਕੇ ਇਸ ਯੁੱਗ ਵਿੱਚ ਪ੍ਰਗਟੇ ਹਨ। ਅੱਗੇ ਜ਼ਿਕਰ ਕਰਦੇ ਹਨ ਅਛਲ ਪੂਰਨ ਅਵਿਨਾਸੀ। ਹੁਣ ਇਹ ਨਹੀਂ ਕਿ ਜੋ ਸਾਡੇ ਮਨੁੱਖਾਂ ਵਾਂਗ ਇਸ ਸਰਗੁਣ ਰੂਪ ਵਿੱਚ ਆ ਗਏ ਹਨ ਅਤੇ ਉਹਨਾਂ ਨੂੰ ਛਲਿਆ ਜਾ ਸਕਦਾ ਹੈ। ਛਲਿਆ ਦਾ ਭਾਵ ਉਹਨਾਂ ਨੂੰ ਕਿਸੇ ਨਾ ਕਿਸੇ ਨੁਕਤੇ ਤੋਂ ਭਰਮਾਇਆ ਜਾ ਸਕਦਾ ਹੈ, ਕੋਈ ਹਾਨ ਲਾਭ ਉਹਨਾਂ ਦੇ ਨਾਲ ਖੇਡੀ ਜਾ ਸਕਦੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ, ਅਛਲ ਦਾ ਭਾਵ ਇਹ ਹੈ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਕਾਮਰੂਪ ਦੇਸ਼ ਗਏ ਰਾਜੇ ਸ਼ਿਵਨਾਭ ਪਾਸ, ਅਤੇ ਉਹਨੇ ਆਪਣੀਆਂ ਬੜੀਆਂ ਰਾਣੀਆਂ ਭੇਜੀਆਂ ਭਰਮਾਉਣ ਦੇ ਲਈ। ਹੁਣ ਗੁਰੂ ਨਾਨਕ ਸਰੂਪ ਜੇ ਸਰਗੁਣ ਦੇ ਵਿੱਚ ਆ ਗਿਆ ਇਹਦਾ ਮਤਲਬ ਨਹੀਂ ਕਿ ਉਹ ਸਾਡੇ ਮਨੁੱਖਾਂ ਵਾਂਗ ਭਰਮ ਜਾਵੇਗਾ, ਉਹ ਇਸ ਸਰੂਪ ਦੇ ਵਿੱਚ ਰਹਿ ਕੇ ਵੀ ਇਸ ਤੋਂ ਨਿਰਲੇਪ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅਛਲ। ਫਿਰ ਜਦ ਸਿੱਧਾਂ ਨੇ ਗੁਰੂ ਨਾਨਕ ਸਰੂਪ ਨੂੰ ਛਲਣਾ ਚਾਹਿਆ, ਛਲਣ ਦਾ ਭਾਵ ਕਿ ਭਰਮਾਉਣਾ ਚਾਹਿਆ, ਡਰਾਉਣਾ ਚਾਹਿਆ, ਤਰ੍ਹਾਂ ਤਰ੍ਹਾਂ ਦੇ ਡਰਾਉਣੇ ਰੂਪ ਧਾਰਨ ਕਰ ਲਏ, ਉਸ ਵਕਤ ਵੀ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦੀਆਂ ਕਰਾਮਾਤਾਂ ਰਿੱਧੀਆਂ ਸਿੱਧਾਂ ਦੇ ਪ੍ਰਭਾਵ ਵਿੱਚ ਨਹੀਂ ਆਏ ਅਤੇ ਆਪਣੇ ਨਿਰਮਲ ਸਰੂਪ ਦਾ ਪ੍ਰਗਟਾਵਾ ਕਰਕੇ ਸਿੱਧਾਂ ਨੂੰ ਸ਼ਾਂਤ-ਬੱਧ ਬਖਸ਼ਿਸ਼ ਕੀਤਾ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਛਲ ਪੂਰਨ ਅਵਿਨਾਸੀ, ਅਤੇ ਉਹ ਇਸ ਕਰਕੇ ਉਹ ਪਰਿਪੂਰਨ ਹਨ। ਅਵਿਨਾਸੀ ਦਾ ਭਾਵ ਨਾਸ਼ ਤੋਂ ਰਹਿਤ ਹਨ। ਹੁਣ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ ਧਰਤੀ 'ਤੇ ਆ ਕੇ ਸਾਰੀ ਮਾਨਵਤਾ ਨੂੰ ਏਕੇ ਦਾ ਮਾਰਗ ਦਿਖਾਇਆ, ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸੋਝੀ ਕਰਵਾਈ। ਸਾਰੀ ਆਪਣੇ ਸਰਗੁਣ ਜੀਵਨ ਕਾਲ ਦੇ ਵਿੱਚ ਗੁਰੂ ਸਾਹਿਬ ਜੀ ਧਰਤੀ 'ਤੇ ਰਹਿਮਤ ਕਰਦੇ ਰਹੇ।
ਸਾਰੀ ਮਾਨਵਤਾ ਨੇ, ਸਿੱਧਾਂ ਨੇ ਸਿਰ ਨਵਾਏ, ਇਸਲਾਮ ਵਾਲਿਆਂ ਨੇ ਆਪਣੇ ਪੀਰ ਕਰਕੇ ਮੰਨਿਆ, ਸਨਾਤਨ ਮੱਤ ਵਾਲਿਆਂ ਨੇ ਗੁਰੂ ਕਹਿ ਕੇ ਨਮਸਕਾਰ ਕੀਤੀ। ਪਰ ਜਦੋਂ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਦਾ ਸਮਾਂ ਆਇਆ, ਤਦ ਗੁਰੂ ਸਾਹਿਬ ਜੀ ਨੇ ਦੇਖਣਾ ਚਾਹਿਆ ਕਿ ਜਿਹੜੀ ਸਾਰੀ ਮਾਨਵਤਾ ਨੂੰ ਏਕ ਓੰਕਾਰ ਦਾ ਪਾਠ ਦ੍ਰਿੜ ਕਰਵਾਇਆ ਹੈ, ਚੌਵਾਂ ਵਰਣਾਂ ਨੂੰ ਸਾਂਝੀ ਪ੍ਰਤੀਤ ਸਿਖਾਈ ਹੈ, ਮਜ਼੍ਹਬਾਂ ਦੀ ਕਾਣ ਮੇਟ ਕੇ ਉਹਨਾਂ ਦੇ ਅੰਦਰ ਸੱਤ ਸਰੂਪ ਦਾ ਪ੍ਰਕਾਸ਼ ਕੀਤਾ ਹੈ, ਕੀ ਇਹ ਭਲਾ ਸੰਪੂਰਨ ਹੈ? ਪਰ ਜਿਹੜੀ ਮਜ਼ਹਬ ਦੀ ਕਾਣ ਮਿਟੀ ਨਾ, ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੋ ਚਾਦਰਾਂ ਲੈ ਕੇ ਜੋਤੀ ਜੋਤ ਸਰੂਪ ਅਭੇਦ ਹੋਣਾ ਸੀ। ਇੱਕ ਚਾਦਰ ਫਿਰ ਗੁਰੂ ਨਾਨਕ ਦੇਵ ਸਾਹਿਬ ਜਦੋਂ ਦੇਖਿਆ ਕਿ ਉਹਨਾਂ ਦਾ ਜੋਤੀ ਜੋਤ ਸਮਾਉਣ ਝਗੜਾ ਪੈਦਾ ਹੋ ਗਿਆ, ਅਤੇ ਜ਼ਿਕਰ ਮਿਲਦਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਵਿਦੇਹਾ ਮੁਕਤ ਹੋਏ, ਭਾਵ ਕਿ ਦੂਸਰੀ ਚਾਦਰ ਦੇ ਨਾਲ ਸੱਚਖੰਡ ਅਭੇਦ ਹੋ ਗਏ। ਇਹਦਾ ਭਾਵ ਇਹ ਹੈ ਕਿ ਅਬਿਨਾਸੀ ਉਹਨਾਂ ਦੀ ਇੱਕ ਸ਼ੋਅ ਪ੍ਰਾਪਤ ਚਾਦਰ ਤੁਹਾਡੇ ਕੋਲ ਆ ਗਈ, ਤੁਸੀਂ ਉਹਨੂੰ ਨਾਸ਼ ਦੇ ਵਿੱਚ ਲੈਣ ਦਿੱਤਾ। ਇੱਕ ਨੇ ਦਬਾ ਲਿਆ, ਇੱਕ ਨੇ ਜਲਾ ਦਿੱਤਾ, ਪਰ ਗੁਰੂ ਨਾਨਕ ਆਪਣੀ ਦੇਹ ਦਾ ਸੰਪੂਰਨ ਸਰੂਪ ਜਿਹੜਾ ਹੈ ਮੁੜ ਆਪਣੇ ਅਸਲ ਦੇ ਵਿੱਚ ਲੈ ਗਏ। ਇਸ ਕਰਕੇ ਉਹ ਅਬਿਨਾਸ਼ੀ ਹਨ, ਕਦੇ ਨਾਸ਼ਣਾ ਵਿੱਚ ਨਹੀਂ ਆਉਣਗੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਿਰੰਕਾਰ ਆਕਾਰ ਅਛਲ ਪੂਰਨ ਅਬਿਨਾਸੀ। ਪੂਰਨ ਅਬਿਨਾਸੀ ਦਾ ਭਾਵ ਇਹ ਹੈ ਕਿ ਜੇ ਕਿਸੇ ਨੂੰ ਕਲਪਨਾ ਆ ਜਾਵੇ, ਕਿਉਂਕਿ ਜੀ ਉਹ ਤਾਂ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਪ੍ਰਗਟੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸੰਬੋਣ ਦਾ ਪ੍ਰਸੰਗ ਦੱਸਦਾ ਹੈ ਕਿ ਉਹ ਅਬਿਨਾਸ਼ੀ ਸਰੂਪ ਸਨ। ਹੁਣ ਜਿਹੜਾ ਪ੍ਰਗਟ ਹੋਣਾ ਉਹਦਾ ਕੋਈ ਨਾ ਕੋਈ ਛਿਣ ਤਾਂ ਹੋਏਗਾ, ਪਰ ਜਦੋਂ ਅੰਤ ਦਾ ਛਿਣ ਸਾਡੇ ਵਰਗਾ ਨਾ ਵਾਪਰੇ ਤਾਂ ਇਹਦਾ ਭਾਵ ਕਿ ਉਹ ਅਬਿਨਾਸ਼ੀ ਸਰੂਪ ਹਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਰਖਵੰਤ ਆਨੰਤ ਰੂਪ। ਕਹਿੰਦੇ ਜਦੋਂ ਧਰਤੀ 'ਤੇ ਗੁਰੂ ਨਾਨਕ ਸਾਹਿਬ ਪ੍ਰਗਟੇ ਹਨ ਅਤੇ ਸਾਰੀ ਕਾਇਨਾਤ ਖਿੜ ਗਈ ਹੈ। ਉਹਨਾਂ ਦੇ ਪ੍ਰਕਾਸ਼ ਦੇ ਨਾਲ ਦਾਈ ਦੌਲਤਾਂ ਤੋਂ ਲੈ ਕੇ ਕੌਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ, ਇਹਨਾਂ ਸਾਰਿਆਂ ਦੇ ਚਿਹਰੇ ਖਿੜ ਗਏ ਹਨ। ਆਨੰਤ ਰੂਪ। ਕਿਸੇ ਨੇ ਗੁਰੂ ਨਾਨਕ ਦੇਵ ਸਾਹਿਬ ਰੂਪ ਨੂੰ ਕਿਸੇ ਰੂਪ ਦੇ ਵਿੱਚ ਮੰਨਿਆ। ਹੁਣ ਰਾਏ ਬੁਲਾਰ ਵਰਗਾ ਅਗਰ ਗੁਰੂ ਨਾਨਕ ਦੇਵ ਸਾਹਿਬ ਨੂੰ ਤੱਕਦਾ ਹੈ ਅਤੇ ਉਹ ਇਸਲਾਮੀ ਮਜ਼ਹਬ ਦੇ ਨਾਲ ਸੰਬੰਧ ਰੱਖਦਾ। ਇਸ ਕਰਕੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਦੇਖਦਾ ਹੋਏਗਾ ਤਾਂ ਉਹ ਆਪਣੇ ਪੈਗੰਬਰਾਂ ਦੀ ਮੂਰਤ ਦੇ ਵਿੱਚ ਉਹਨਾਂ ਨੂੰ ਦੇਖਦਾ ਹੋਏਗਾ। ਜਦੋਂ ਸਿੱਧਾਂ ਦੇ ਵਿੱਚੋਂ 84 ਸਿੱਧਾਂ ਦੇ ਵਿੱਚੋਂ ਮੰਗਲਨਾਥ ਵਰਗੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਦੇਖਦੇ ਹਨ ਅਤੇ ਉਹ ਗੋਰਖਨਾਥ ਤੋਂ ਵੀ ਉੱਚੀ ਉੱਚਤਾ ਦੇ ਵਿੱਚ ਦੇਖਦੇ ਹਨ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਰਖਵੰਤ ਆਨੰਤ ਰੂਪ। ਸ੍ਰਿਸ਼ਟੀ ਨੂੰ ਜਿਵੇਂ ਜਿਵੇਂ ਗੁਰੂ ਕਰਤਾਰ ਨੇ ਮੌਲਣ ਲਾਉਣਾ ਸੀ, ਉਵੇਂ ਉਵੇਂ ਰੂਪਾਂ ਦੇ ਨਾਲ ਨਿਵਾਜਿਸ਼ ਕੀਤੀ। ਇਸ ਕਰਕੇ ਆਖਦੇ ਨਿਰਮਲ ਬਿਗਾਸੀ। ਅਤੇ ਗੁਰੂ ਨਾਨਕ ਸਰੂਪ ਦੇ ਦਰਸ਼ਨ ਕਰਕੇ ਸਾਰਿਆਂ ਦੇ ਮਨ ਅੰਦਰ ਨਿਰਮਲ ਮਨ ਦੀ ਜਿਹੜੀ ਨਿਰਮਲ ਆਚਰਣ ਦੀ ਮੌਲਤਾ ਬਿਗਸੀ ਭਾਵ ਪ੍ਰਕਾਸ਼ ਹੁੰਦੀ ਹੈ। ਗੁਣ ਗਾਵਹਿ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ। ਹੁਣ ਸਾਰੀ ਕਾਇਨਾਤ ਨੇ ਗੁਰੂ ਨਾਨਕ ਦੀ ਆਰਾਧਨਾ ਕਰਕੇ ਗੁਰੂ ਨਾਨਕ ਸਰੂਪ ਦੀ ਰਹਿਮਤ ਨੂੰ ਮਾਣ ਕੇ ਉਹਦੇ ਗੁਣਾਂ ਦਾ ਉਚਾਰਨ ਕੀਤਾ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਗੁਣ ਗਾਵਹਿ ਬੇਅੰਤ। ਸਿੱਧਾਂ ਨੇ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਸਾਹਿਬ ਬਗਦਾਦ ਗਏ, ਦਸਤਗੀਰ ਪੀਰ ਦਾ ਜਦੋਂ ਭਰਮ ਨਿਵਾਰਨ ਕੀਤਾ, ਹਾਜੀਆਂ ਦੇ ਭਰਮ ਨਿਵਾਰਨ ਕੀਤੇ, ਅਤੇ ਉਹਨਾਂ ਨੇ ਕਿਹਾ ਹੋਏ ਹੈਰਾਨ ਕਰੇਨ ਜੁਹਾਰੀ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਗੁਣ ਗਾਵਹਿ ਬੇਅੰਤ। ਸਾਰੀ ਕਾਇਨਾਤ ਨੇ ਅਕਾਲ ਪੁਰਖ ਸਰੂਪ ਗੁਰੂ ਨਾਨਕ ਦੇ ਗੁਣਾਂ ਦਾ ਗਾਇਨ ਕੀਤਾ ਹੈ। ਅੰਤ ਇੱਕ ਤਿਲ ਨਹੀਂ ਪਾਸੀ। ਪਰ ਇਸ ਦੇ ਬਾਵਜੂਦ ਵੀ ਸਤਿਗੁਰੂ ਗੁਰੂ ਨਾਨਕ ਸਰੂਪ ਦੀ ਲਖਤਾ ਦਾ ਪੂਰਾ ਭੇਦ ਇੱਕ ਪੱਧਰ ਕਰਕੇ ਵੀ ਨਹੀਂ ਪਾ ਸਕਿਆ ਜਾ ਸਕਦੇ ਹਨ। ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹੇ ਮਿਲਾਸੀ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਜਾਂ ਕੋ ਹੋਏ ਕਿਰਪਾਲ, ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਗੁਰੂ ਨਾਨਕ ਸਰੂਪ ਕਿਰਪਾਲ ਹੋਏ, ਜਿਹੜੇ ਸਤਿਯੁਗ ਤੋਂ ਭਰਮਦੇ ਹੋਏ ਵਿਛੜਦੇ ਹੋਏ ਕਲਯੁਗ ਤੱਕ ਆਏ, ਉਹਨਾਂ ਦੇ ਉੱਪਰ ਕਿਰਪਾਲ ਸ਼ਬਦ ਤਾਂ ਵਰਤਿਆ ਹੈ ਕਿ ਜਿਤਨੇ ਵੀ ਵੱਡੇ ਪੁਰਖਾਂ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਿਲਾਪ ਹੁੰਦਾ ਹੈ, ਇਹ ਬੜੇ ਲੰਮੇ ਸਮੇਂ ਤੋਂ ਕਿਸੇ ਸਾਧਨਾ ਦੇ ਵਿੱਚ ਸਨ ਅਤੇ ਕਿਸੇ ਵੱਡੇ ਮਿਲਾਪ ਦੀ ਇੱਛਾ ਦੇ ਵਿੱਚ ਸਨ। ਸਿੱਧਾਂ ਬਾਰੇ ਆਪ ਜੀ ਨੇ ਜ਼ਿਕਰ ਸੁਣਿਆ, ਕਈ ਸਿੱਧਾਂ ਦੀ ਆਰਜ਼ੂ 300 ਸਾਲ ਦੀ ਹੋ ਗਈ ਸੀ, ਪਰ ਉਹਨਾਂ ਦੀ ਬੰਦਗੀ ਦੇ ਵਿੱਚ ਬਣੀ ਹੋਈ ਖੜੋਤ ਗੁਰੂ ਨਾਨਕ ਸਾਹਿਬ ਦੇ ਧਿਆਨ ਵਿੱਚ ਉਸ ਸਮੇਂ ਤੋਂ ਜਦੋਂ ਤੋਂ ਉਹਨਾਂ ਨੇ ਯੋਗ ਦੀ ਸਾਧਨਾ ਆਰੰਭ ਕੀਤੀ ਸੀ।
ਇਸ ਕਰਕੇ ਫਿਰ ਗੁਰੂ ਸਾਹਿਬ ਜੀ ਆਪ ਪ੍ਰਗਟੇ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਕੇ ਉਹਨਾਂ ਨੂੰ ਆਪ ਮਿਲੇ ਉਹਨਾਂ ਪਾਸ ਜਾ ਕੇ। ਆਪ ਮਿਲਣ ਦਾ ਭਾਵ ਹੈ ਕਿ ਉਹਨਾਂ ਦੇ ਉੱਪਰ ਗੁਰੂ ਸਾਹਿਬ ਜੀ ਨੇ ਕਿਰਪਾਲਤਾ ਧਾਰਨ ਕੀਤੀ ਹੈ। ਪਤਾ ਹੈ ਕਿ ਮੱਕੇ ਦੇ ਵਿੱਚ ਰਹਿਣ ਵਾਲੇ ਹਾਜੀ ਇਸ ਖੜੋਤ ਦੇ ਵਿੱਚ ਫਸ ਗਏ ਹਨ ਕਿ ਉਹ ਪੱਛਮ ਤੋਂ ਇਲਾਵਾ ਅੱਲਾਹ ਤਾਲਾ ਦੀ ਹੋਂਦ, ਉਹਦਾ ਨੂਰ ਕਿਸੇ ਹੋਰ ਦਿਸ਼ਾ ਦੇ ਵਿੱਚ ਪਛਾਣਦੇ ਨਹੀਂ ਹਨ। ਇਸ ਕਰਕੇ ਮੱਕੇ ਜਾਣਾ ਅਤੇ ਉੱਧਰ ਚਰਨ ਕਰਕੇ ਮਹਿਰਾਬ ਵੱਲ ਸੌਂ ਜਾਣਾ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾਲਤਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਾਂ ਕੋ ਹੋਏ ਕਿਰਪਾਲ। ਜਿਵੇਂ ਕੌਡੇ ਵਰਗੇ ਹੁਣ ਜੰਗਲ ਦੇ ਵਿੱਚ ਰਹਿ ਰਹੇ ਹਨ, ਹੁਣ ਕੌਡੇ ਵਰਗੇ ਨੂੰ ਬਖਸ਼ੇ ਜਾਣ ਦਾ ਮਤਲਬ ਹੈ ਕਿ ਧਰਤੀ 'ਤੇ ਜਿਹੜਾ ਰਾਖਸ਼ੀ ਬਿਰਤੀ ਦਾ ਇੱਕ ਸਿਲਸਿਲਾ ਚੱਲ ਰਿਹਾ ਹੈ, ਉਹ ਕਦੋਂ ਤੋਂ ਆਪਣੇ ਅੰਦਰ, ਹੁਣ ਸਾਨੂੰ ਤਾਂ ਆਉਂਦੀ ਹੀ ਉਹਦੀ ਕਲਪਨਾ ਕਿ ਉਹ ਬੜਾ ਡਰਾਉਣਾ ਸੀ, ਬੜਾ ਭਿਆਨਕ ਸੀ, ਪਰ ਉਹਦੇ ਅੰਦਰ, ਰਾਖਸ਼ ਦੇ ਅੰਦਰ ਜਿਹੜਾ ਇੱਕ ਸੰਕਟ ਬਣਿਆ ਹੋਇਆ ਕਿ ਮੈਂ ਇਸ ਤਰ੍ਹਾਂ ਦੀ ਜਹਾਲਤ ਤੋਂ ਕਿਵੇਂ ਪਾਰ ਪਾਵਾਂ, ਉਹਨੂੰ ਗੁਰੂ ਨਾਨਕ ਆਪਣੀ ਛੋਹ ਦੇ ਨਾਲ ਨਵਾਜਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਾਂ ਕੋ ਹੋਏ ਕਿਰਪਾਲ। ਜਿਨ੍ਹਾਂ 'ਤੇ ਸਤਿਗੁਰੂ ਦਿਆਲ ਹੋਏ ਹਨ ਸੋ ਜਨ ਪ੍ਰਭ ਤੁਮਹੇ ਮਿਲਾਸੀ। ਫਿਰ ਉਹ ਕਿੰਨੇ ਯੁੱਗਾਂ ਦੇ ਨਾਲ ਚੱਲੇ ਹਨ, ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਨਾਲ ਮਿਲਾ ਕੇ ਆਪਣੇ ਪਰਮ ਅਕਾਲ ਸਰੂਪ ਵਿੱਚ ਅਭੇਦ ਕਰ ਦਿੱਤਾ ਹੈ। ਧੰਨ ਧੰਨ ਤੇ ਧੰਨ ਜਨ ਜਿਹੇ ਕਿਰਪਾਲ ਹਰ ਹਰ ਪਇਓ। ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਉਹ ਜਨ ਧੰਨ ਹਨ, ਜੀਵਨ ਕਰਕੇ, ਜਨਮ ਕਰਕੇ ਅਤੇ ਗੁਰੂ ਦੀ ਸ਼ਰਨ ਆਉਣ ਕਰਕੇ ਧੰਨ ਹਨ, ਜਿਨ੍ਹਾਂ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਅਕਾਲ ਸਰੂਪ ਦੀ ਕਹਿੰਦੇ ਕਿਰਪਾਲਤਾ ਹੋਈ ਹੈ। ਇਸ ਕਰਕੇ ਆਖਦੇ ਨੇ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ। ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਰੂਪ ਨੂੰ ਪਰਸਿਆ ਹੈ, ਆਪਣੇ ਮਨ ਦੇ ਅੰਦਰ ਧਿਆਇਆ ਹੈ, ਉਹ ਜਨਮ ਮਰਨ ਦੋਹਾਂ ਥਾਵਾਂ ਤੋਂ ਰਹਿਤ ਹੋ ਗਏ ਹਨ। ਸਤ ਸਤ ਹਰ ਸਤ, ਸਤ ਸਤੇ ਸਤ ਭਣੀਐ। ਅਗਲੇ ਸਵਈਏ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਨਾਨਕ ਸਰੂਪ ਤਾਂ ਕਲਯੁੱਗ ਵਿੱਚ ਪ੍ਰਗਟੇ ਹਨ। ਫਿਰ ਇਹ ਗੱਲ ਕਿਵੇਂ ਪਤਾ ਲੱਗੇ ਕਿ ਉਹ ਹਰ ਯੁੱਗ ਦੇ ਵਿੱਚ ਵਿਆਪਤ ਰਹੇ ਹਨ? ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਸਾਡੇ ਇਸ ਭਰਮ ਦਾ, ਸਾਡੇ ਇਸ ਜਗਿਆਸਾ ਦਾ ਨਿਵਾਰਨ ਕਰਦੇ ਹਨ। ਸਤ ਸਤ ਹਰ ਸਤ, ਕਿ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ 3 ਯੁੱਗ ਹੋਏ ਹਨ। ਤਿੰਨਾਂ ਯੁੱਗਾਂ ਦੇ ਵਿੱਚ ਸਤਯੁੱਗ, ਤ੍ਰੇਤਾ ਅਤੇ ਦੁਆਪਰ। ਉਹਨਾਂ ਯੁੱਗਾਂ ਦੇ ਵਿੱਚ ਜਦੋਂ ਜਨਕ ਦੁਆਰਾ ਧਰਮ ਦਾ ਪ੍ਰਕਾਸ਼ ਹੋਇਆ ਹੈ, ਰਾਮਚੰਦਰ ਜੀ ਦੁਆਰਾ ਮਰਜ਼ਾਦਾ ਦਾ ਪ੍ਰਕਾਸ਼ ਹੋਇਆ ਹੈ, ਅਤੇ ਜਿਤਨੇ ਵੀ ਪਹਿਲੇ ਯੁੱਗਾਂ ਦੇ ਵਿੱਚ ਭਗਤ ਜਨ ਹੋ ਕੇ ਪਰਮੇਸ਼ਰ ਦੀ ਕੀਰਤੀ ਗਾਇਨ ਕਰਦੇ ਰਹੇ ਹਨ ਅਤੇ ਸੰਸਾਰ ਨੂੰ ਨਿਰੰਕਾਰ ਦਾ ਨਿਰੋਲ ਮਾਰਗ ਦਿਖਾਉਂਦੇ ਰਹੇ ਹਨ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹਨਾਂ ਤਿੰਨਾਂ ਯੁੱਗਾਂ ਦੇ ਵਿੱਚ ਭਾਵੇਂ ਉਹਨਾਂ ਭਗਤਾਂ ਦੇ ਸਰਗੁਣ ਰੂਪ ਮਿਟ ਗਏ, ਉਹਨਾਂ ਦੀ ਦੇਹਾਂ ਦੇ ਵਿਧਾਨ ਸਮਾਪਤ ਹੋ ਗਏ, ਪਰ ਉਹਨਾਂ ਦੇ ਅੰਦਰ ਜਿਹੜਾ ਇੱਕ ਅਕਾਲ ਪੁਰਖ ਦਾ ਸਰੂਪ ਮੌਲਿਆ ਸੀ, ਉਹ ਸਦਾ ਹੀ ਸਦੀਵੀ ਰਹਿਣ ਵਾਲੇ। ਇਸ ਕਰਕੇ ਆਖਦੇ ਹਨ ਸਤ ਸਤੇ ਸਤ ਭਣੀਐ, ਕਿ ਅੱਗੇ ਜਿਹੜੇ 3 ਕਾਲ ਚੱਲਣੇ ਹਨ, ਭੂਤ, ਭਵਿੱਖ ਅਤੇ ਵਰਤਮਾਨ। ਇਹਦਾ ਭਾਵ ਹੈ ਕਿ ਗੁਰੂ ਨਾਨਕ ਸਰੂਪ ਆਪਣੇ ਪ੍ਰਗਟ ਹੋਣ ਤੋਂ ਪਹਿਲਾਂ ਵੀ ਹੈ, ਮੱਧ ਦੇ ਵਿੱਚ ਵੀ ਹੈ, ਬਾਅਦ ਦੇ ਵਿੱਚ ਵੀ ਹੋਵੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੂਸਰ ਆਨ ਨ ਅਵਰ ਪੁਰਖ ਪਉ ਰਾਤਨ ਸੁਣੀਐ। ਹੁਣ ਗੁਰੂ ਸਾਹਿਬ ਜੀ ਨੇ ਜ਼ਿਕਰ ਬੜਾ ਉੱਚਤਮ ਢੰਗ ਦਾ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਸਰੂਪ ਦੀ ਅਕਾਲ ਪੁਰਖ ਰੂਪ ਕਰਕੇ ਕਲਪਨਾ ਕਰਨੀ, ਤਾਂ ਕਿਵੇਂ ਇਸ ਤਰ੍ਹਾਂ ਦਾ ਢੰਗ ਨਾ ਹੋ ਜਾਵੇ ਕਿ ਉਹਨਾਂ ਦੇ ਸਮਾਨ ਕੋਈ ਅਸੀਂ ਦੂਜਾ ਚਿਤਵ ਲਈਏ। ਇਸ ਕਰਕੇ ਸਾਨੂੰ ਅਵਤਾਰ, ਪੈਗੰਬਰ, ਗੁਰੂ ਅਤੇ ਸਤਿਗੁਰੂ, ਇਹਨਾਂ ਦੇ ਭੇਦ ਜਿਹੜੇ ਸੂਖਮਾਂ ਨੂੰ ਪਤਾ ਹੋਣੇ ਚਾਹੀਦੇ ਹਨ। ਜਿਵੇਂ ਅਸੀਂ ਕਈ ਵਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਹਾਂ, ਜਿਵੇਂ ਸਾਡੇ ਟਰਡੀਸ਼ਨ ਦੇ ਲੋਕਾਂ ਨੂੰ ਨਵਾਂ ਲਫ਼ਜ਼ ਪਤਾ ਲੱਗ ਜੇ ਨਾ, ਅਤੇ ਉਹਨੂੰ ਸਮਝਦੇ, ਇਹਨੂੰ ਬੋਲਣ ਦੇ ਨਾਲ ਅਸੀਂ ਵਿਦਵਾਨ ਹੋ ਜਾਵਾਂਗੇ। ਕਹਿਣਗੇ ਪੈਗੰਬਰ ਗੁਰੂ ਨਾਨਕ। ਪੈਗੰਬਰ ਦਾ ਭਾਵ ਹੈ ਜਿਹੜਾ ਕੇਵਲ ਅੱਲਾਹ ਤਾਲਾ ਦਾ ਜਾਂ ਪਰਮੇਸ਼ਰ ਦੇ ਸੰਦੇਸ਼ ਨੂੰ ਲਿਆਉਣ ਵਾਲਾ ਹੈ। ਉਹ ਪੂਰੇ ਦਾ ਪੂਰਾ ਜਿਹੜਾ ਹੈ ਉਪਦੇਸ਼ ਦੇ ਵਿੱਚ ਆਪ ਨਹੀਂ ਸਮਾਇਆ ਹੋਇਆ। ਇਸ ਕਰਕੇ ਜਿਹੜਾ ਗੁਰੂ ਵੀ ਕਹੀਏ ਇਕੱਲਾ, ਤਾਂ ਗੁਰੂ ਦਾ ਭਾਵ ਇਹ ਬਣਦਾ ਜਿਹੜਾ ਕੇਵਲ ਅਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਪਰ ਬਾਣੀ 'ਚ ਤਾਂ ਇਹ ਆਉਂਦਾ ਹੈ ਕਿ ਜਦੋਂ ਦਾ ਜੀਵ ਪੈਦਾ ਹੋਇਆ, ਉਹਦੇ ਕੁੱਲ ਜਨਮਾਂਤਰਾਂ ਦੇ ਪਾਪ, ਕੁੱਲ ਜਨਮਾਂਤਰਾਂ ਦੀ ਮੈਲ ਕੱਟ ਕੇ ਗੁਰੂ ਨਾਮ ਜਿਹੜਾ ਸ਼ਬਦ ਦਾ ਪ੍ਰਕਾਸ਼ ਕਰਦਾ। ਇਸ ਕਰਕੇ ਪੈਗੰਬਰ ਪਦ ਦੇ ਅਰਥ ਕੁਝ ਹੋਰ ਹਨ, ਗੁਰੂ ਪਦ ਦੇ ਵੀ ਅਰਥ ਕੁਝ ਹੋਰ ਹਨ। ਸਾਡੇ ਵਿੱਚ ਸਤਿਗੁਰੂ ਪਦ ਹੈ।
ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਦੂਸਰ ਆਨ ਨਾ ਅਵਰ ਪੁਰਖ, ਉਹਨਾਂ ਦੇ ਸਮਾਨ ਦੂਜੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਔਰ ਗੁਰੂ ਨਾਨਕ ਆਦਿ ਪੁਰਖ ਸਰੂਪ ਹਨ। ਉਹ ਆਦਿ ਯੁੱਗ ਤੋਂ ਹੀ ਉਹਨਾਂ ਦੀ ਜਿਹੜੀ ਧਰਤੀ 'ਤੇ ਨਵਾਜ਼ਿਸ਼ ਚੱਲੀ ਆ ਰਹੀ ਹੈ ਅਤੇ ਉਹਨਾਂ ਤੋਂ ਵੱਡਾ ਪਉਰਾਤਨ ਦੂਸਰਾ ਹੋਰ ਨਹੀਂ ਸੁਣਿਆ ਹੈ। ਅੰਮ੍ਰਿਤ ਹਰਿ ਕੋ ਨਾਮ ਲੈਤ ਮਨ ਸਭ ਸੁਖ ਪਾਏ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਗੁਰੂ ਨਾਨਕ ਸਰੂਪ ਨੇ ਧਰਤੀ 'ਤੇ ਪ੍ਰਗਟ ਹੋਏ, ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਹੀ ਧਰਤੀ 'ਤੇ ਅੰਮ੍ਰਿਤ ਦੀ ਵਰਖਾ ਹੋਈ। ਭਾਈ ਗੁਰਦਾਸ ਸਾਹਿਬ ਜੀ ਨੇ ਅੰਕਿਤ ਕੀਤਾ ਹੈ, ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਹੁਣ ਇਹਦਾ ਭਾਵ ਕੀ ਹੈ? ਇਹਦਾ ਭਾਵ ਹੈ ਕਿ ਸ੍ਰੀ ਕ੍ਰਿਸ਼ਨ ਦੇ ਇਸ ਜਗਤ ਤੋਂ ਜਾਣ ਤੋਂ ਬਾਅਦ, ਉਸ ਤੋਂ ਬਾਅਦ ਜਿਹੜਾ ਇਸ ਜੋ ਧਰਤੀ 'ਤੇ ਪੂਰਾ ਅਧਰਮ ਫੈਲ ਗਿਆ ਸੀ, ਅਤੇ ਉਸ ਅਧਰਮ ਦੇ ਕਰਕੇ ਸਾਰੇ ਜੀਵ ਧਰਤੀ ਦੇ, ਚਾਹੇ ਉਹ ਪਸ਼ੂ ਜਾਤੀ ਸੀ, ਚਾਹੇ ਮਨੁੱਖ ਜਾਤੀ ਸੀ, ਚਾਹੇ ਸਿੱਧ ਲੋਕ ਸਨ, ਭਗਤ ਲੋਕ ਸਨ, ਕਹਿੰਦੇ ਇਹਨਾਂ ਸਾਰਿਆਂ ਦੇ ਹਿਰਦੇ ਅੰਦਰ ਜਿਹੜੀ ਅਕਾਲ ਪੁਰਖ ਦੀ ਕਲਪਨਾ ਨੂੰ ਲੈ ਕੇ ਜਿਹੜੀ ਆਸ ਸੀ, ਜਿਹੜੀ ਉਹਦੀ ਕਿਰਪਾ ਦੀ ਕਿ ਉਹ ਨਵਾਜ਼ਿਸ਼ ਕਰਦਾ ਹੈ, ਉਹ ਇੰਨੀ ਜ਼ਿਆਦਾ ਧੁੰਦਲੀ ਹੋ ਚੁੱਕੀ ਸੀ ਕਿ ਲੱਗਦਾ ਨਹੀਂ ਸੀ ਕਿ ਪੂਰੀ ਹੋਵੇਗੀ, ਕਿਉਂਕਿ ਅਧਰਮ ਦਾ ਪਸਾਰਾ ਇੰਨਾ ਜ਼ਿਆਦਾ ਹੋ ਚੁੱਕਿਆ ਸੀ। ਤਾਂ ਕਹਿੰਦੇ ਫਿਰ ਜਦੋਂ ਗੁਰੂ ਨਾਨਕ ਸਰੂਪ ਪ੍ਰਗਟੇ ਅਤੇ ਜਿਹੜੀ ਅਰਦਾਸ ਦੇ ਵਿੱਚ ਜੁੜ ਕੇ ਉਹ ਰੋਜ਼ਾਨਾ ਵੱਖੋ ਵੱਖ ਲੋਕ ਅਰਦਾਸ ਕਰਦੇ ਸਨ, ਜਾਂ ਸ੍ਰਿਸ਼ਟੀ ਵੀ ਅਰਦਾਸ ਕਰਦੀ ਸੀ ਕਿ ਅਕਾਲ ਪੁਰਖ ਮੇਰੇ ਕਸ਼ਟ ਦਾ ਨਿਵਾਰਨ ਕਰ। ਅਤੇ ਗੁਰੂ ਨਾਨਕ ਸਰੂਪ ਭਾਵੇਂ ਰਾਏ ਭੋਏ ਦੀ ਤਲਵੰਡੀ ਵਿਖੇ ਪ੍ਰਗਟੇ ਹਨ, ਪਰ ਜਿੱਥੇ ਜਿੱਥੇ ਵੀ ਬੈਠ ਕੇ ਕੋਈ ਅਕਾਲ ਪੁਰਖ ਦੇ ਸਰੂਪ ਦੀ ਆਮਦ ਲਈ ਅਰਦਾਸ ਕਰ ਰਿਹਾ ਸੀ, ਉਹਨਾਂ ਨੂੰ ਉਸ ਦਿਨ ਸਾਰਿਆਂ ਨੂੰ ਆਪਣੇ ਹਿਰਦੇ ਅੰਦਰ ਇੱਕ ਚਾਨਣ ਮਹਿਸੂਸ ਹੋਇਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਹਰਿ ਕੋ ਨਾਮ, ਪਰਮੇਸ਼ਰ ਦਾ ਨਾਮ ਜਿਹੜਾ ਲੈਂਦੇ ਸਨ, ਆਰਾਧਨਾ ਕਰਦੇ ਸਨ ਕਿ ਤੇਰੀ ਬਖਸ਼ਿਸ਼ ਸਾਨੂੰ ਮਿਲੇ। ਗੁਰੂ ਨਾਨਕ ਦੇ ਆਗਮਨ ਨਾਲ ਉਹਨਾਂ ਸਾਰਿਆਂ ਨੂੰ ਅੰਮ੍ਰਿਤ ਪਦ ਪ੍ਰਾਪਤ ਹੋਇਆ। ਅੱਗੇ ਜ਼ਿਕਰ ਕਰਦੇ ਹਨ ਮਨ ਸਭ ਸੁਖ ਪਾਏ। ਹੁਣ ਦੂਜਾ ਭਾਵ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਨੂੰ ਅੰਮ੍ਰਿਤ ਦੇ ਨਾਲ ਨਿਹਾਲ ਕੀਤਾ। ਕਿਵੇਂ? ਜਦੋਂ ਗੁਰੂ ਸਾਹਿਬ ਜੀ ਸਿੱਧਾ ਪਾਸ ਗਏ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਗਿਆਨ ਰੂਪ ਵਚਨਾਂ ਦੇ ਨਾਲ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ। ਭਾਵ ਕਿ ਬਾਣੀ 'ਚ ਅਸੀਂ ਵਾਕ ਪੜ੍ਹਦੇ ਹਾਂ, ਸੋ ਉਦਾਸੀ ਜੇ ਪਾਲੇ ਉਦਾਸ, ਸੋ ਬੈਰਾਗੀ ਜੇ ਉਲਟੇ ਬ੍ਰਹਮ, ਸੋ ਔਧੂਤੀ ਜੋ ਧੂਪੈ ਆਪ, ਇਸ ਪ੍ਰਕਾਰ ਸੋ ਪਾਖੰਡੀ ਜੇ ਕਾਇਆ ਪਖਾਲੈ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਇਸੇ ਤਰ੍ਹਾਂ ਮੁਸਲਮਾਨ ਮੋਮ ਦਿਲ ਹੋਵੈ, ਜੋ ਦਿਲ ਸੋਧੈ ਸੋਈ ਹਾਜੀ। ਤਮਾਮ ਗਿਆਨ ਦੇ ਉਪਦੇਸ਼ ਹਰ ਮਾਨਵ ਨੂੰ ਬਖਸ਼ਿਸ਼ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੰਮ੍ਰਿਤ ਰੂਪ ਆਪਣੇ ਵਚਨਾਂ ਦੀ ਵਰਖਾ ਕੀਤੀ, ਜਿਹਦੇ ਸਦਕਾ ਮਨ ਸਭ ਸੁਖ ਪਾਏ। ਕਿੰਨਾ ਜ਼ਿਆਦਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੰਮ੍ਰਿਤ ਵੰਡਿਆ, ਇਹਦਾ ਬਾਣੀ 'ਚੋਂ ਜ਼ਿਕਰ ਮਿਲਦਾ ਹੈ। ਪਹਿਲਾਂ ਕਿਹਾ ਮੁਸਲਮਾਨ ਮੋਮ ਦਿਲ ਹੋਵੈ, ਫਿਰ ਅੱਗੇ ਜਾ ਕੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਮੁਸਲਮਾਨ ਦੀ ਨਮਾਜ਼ ਇਹੋ ਜਿਹੀ ਕਿਹੋ ਜਿਹੇ ਹੱਕ ਹਲਾਲ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁੰਨਤ ਸੀਲ ਰੋਜਾ ਹੋ ਮੁਸਲਮਾਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਹਰਿ ਕੋ ਨਾਮ ਲੈਤ। ਜਿਨ੍ਹਾਂ ਨੇ ਗੁਰੂ ਨਾਨਕ ਕੋਲੋਂ ਅੰਮ੍ਰਿਤ ਰੂਪ ਬਚਨਾਂ ਦਾ ਆਧਾਰ ਮਾਣਿਆ, ਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਨੇ ਸੁੱਖ ਦੇ ਸਹਿਤ ਹੋ ਗਏ। ਜਿਹੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਗਾਏ। ਅਤੇ ਫਿਰ ਗੁਰੂ ਨਾਨਕ ਦੇ ਸ਼ਬਦ ਰੂਪ ਦਾ ਅੰਮ੍ਰਿਤ ਜਿਨ੍ਹਾਂ ਨੇ ਚਾਖਿਆ ਉਹ ਤ੍ਰਿਪਤ ਅਗਾਏ। ਉਹਨਾਂ ਦੀਆਂ ਸਭ ਤਰ੍ਹਾਂ ਦੀਆਂ ਵਾਸਨਾਵਾਂ ਤ੍ਰਿਸ਼ਨਾਵਾਂ ਸ਼ਾਂਤ ਹੋ ਗਈਆਂ ਸਨ। ਜੇ ਠਾਕੁਰ ਸੋ ਪ੍ਰਸੰਨ ਪਇਓ, ਸਤ ਸੰਗਤ ਤੇ ਪਿਆਰ। ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਿਹੇ ਠਾਕੁਰ। ਗੁਰੂ ਨਾਨਕ ਸਰੂਪ ਜਦੋਂ ਸਿੱਧਾਂ ਦੇ ਨਾਲ ਸੰਵਾਦ ਹੋਇਆ ਤਾਂ ਸਿੱਧਾਂ ਨੇ ਇੱਕ ਪ੍ਰਸ਼ਨ ਕੀਤਾ, ਸਤਿਗੁਰੂ ਸਾਹਿਬ ਜੀ ਇੰਨੀ ਤੁਹਾਡੇ ਵਿੱਚ ਅਜ਼ਮਤ ਹੈ, ਇੰਨਾ ਜ਼ਿਆਦਾ ਤੁਹਾਡਾ ਤੇਜ ਪ੍ਰਤਾਪ ਹੈ, ਇਹਦਾ ਜਿਹੜਾ ਹੈ ਆਗਮਨ ਕਿੱਥੋਂ ਹੋਇਆ? ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਸਨ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਨਾਨਕ ਨੇ ਆਪਣੀ ਰਹਿਮਤ, ਕਿਉਂਕਿ ਗੁਰੂ ਨਾਨਕ ਸਰੂਪ ਸਰਗੁਣ ਰੂਪ ਕਰਕੇ ਜਿਸ ਯੁੱਗ ਦੇ ਵਿੱਚ ਪ੍ਰਗਟੇ, ਉਹ ਫਿਰ ਆਪਣੇ ਪਰਮ ਰੂਪ ਵਿੱਚ ਅਭੇਦ ਹੋ ਗਏ। ਪਰ ਸੰਸਾਰ ਨੂੰ ਤਾਂ ਸਦੀਵੀ ਉਹਨਾਂ ਦੀ ਰਹਿਮਤ ਚਾਹੀਦੀ ਹੈ ਨਾ, ਸਦੀਵੀ ਤੌਰ 'ਤੇ ਉਹਨਾਂ ਦੀ ਨਵਾਜ਼ਿਸ਼ ਸੰਸਾਰ ਨੂੰ ਚਾਹੀਦੀ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਆਪਣੀ ਨਵਾਜ਼ਿਸ਼ ਨੂੰ, ਆਪਣੀ ਰਹਿਮਤ ਨੂੰ ਧਰਤੀ ਦੇ ਉੱਪਰ ਸਥਾਪਿਤ ਕਰਨ ਦੇ ਲਈ
ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਤ ਸੰਗਤ ਦਾ ਵਿਧਾਨ ਥਾਂ ਥਾਂ ਦੇ ਉੱਤੇ ਸਥਾਪਿਤ ਕਰ ਦਿੱਤਾ। ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਗਏ, ਉਹਨਾਂ ਦੇ ਬਚਨਾਂ ਦੇ ਨਾਲ ਕੋਈ ਨਿਹਾਲ ਹੋਇਆ। ਉਹਨਾਂ ਕਿਹਾ ਜੀ ਮੇਰੇ ਪਾਸ ਕੁਝ ਮਹੀਨੇ ਹੋਰ ਠਹਿਰੋ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਕਿ ਸਾਡਾ ਸਰਗੁਣ ਰੂਪ ਹੈ, ਅਤੇ ਸਰਗੁਣ ਰੂਪ ਕਦੇ ਨਾ ਕਦੇ ਨਿਰਗੁਣ ਦੇ ਵਿੱਚ ਜ਼ਰੂਰ ਅਭੇਦ ਹੋਵੇਗਾ। ਪਰ ਜੇ ਸਾਡੀ ਸਦੀਵੀ ਰਹਿਮਤ ਮੰਨਣੀ ਹੈ ਤਾਂ ਸਤ ਸੰਗਤ ਭਾਵ ਕਿ ਜਿਹੜਾ ਤੁਹਾਡੇ ਅੰਦਰ ਸਤ ਸਰੂਪ ਹੈ, ਉਹਨੂੰ ਜਾਣਨ ਦੇ ਲਈ ਸੰਗਤ ਦੇ ਰੂਪ ਵਿੱਚ ਜੁੜੋ ਅਤੇ ਭਾਵਨਾ ਸਹਿਤ ਭਗਤੀ ਦਾ ਕਰਮ ਕਰੋ। ਸਾਡੇ ਸਤ ਸਰੂਪ ਦੇ ਨਾਲ ਤੁਹਾਡੀ ਅਭੇਦਤਾ ਹੋ ਜਾਵੇਗੀ ਅਤੇ ਜੀਵਨ ਵਿੱਚ ਮੁਕਤੀ ਨੂੰ ਪ੍ਰਾਪਤ ਹੋਵੋਗੇ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੇਵਲ ਰਹਿਮਤ ਉਹਨਾਂ ਚਿਰ ਨਹੀਂ ਕੀਤੀ ਜਿੰਨਾ ਚਿਰ ਉਹ ਸਰਗੁਣ ਰੂਪ ਵਿੱਚ ਪ੍ਰਗਟੇ ਹਨ। ਕਹਿੰਦੇ ਉਦੋਂ ਤੱਕ ਰਹਿਮਤ ਹੈ ਜਦੋਂ ਤੱਕ ਕੋਈ ਵੀ ਸਤ ਸੰਗਤ ਰੂਪ ਵਿੱਚ ਜੁੜ ਕੇ ਉਹਨਾਂ ਦੇ ਸਰੂਪ ਦਾ ਅਭਿਆਸ ਕਰੇਗਾ। ਭਾਵਨਾ ਸਹਿਤ ਅੱਗੇ ਜ਼ਿਕਰ ਕਰਦੇ ਹਨ, ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ। ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਰੂਪ ਨੂੰ ਪਰਸਿਆ ਹੈ, ਉਹਨਾਂ ਦਾ ਸਭ ਕੁਲਾਂ ਦੇ ਸਮੇਤ ਉਧਾਰ ਹੋ ਗਿਆ ਹੈ। ਉਹਨਾਂ ਦੀ ਸਭ ਦੇ ਸਹਿਤ ਹੀ ਨਿਵਾਜਿਸ਼ ਹੋ ਗਈ ਹੈ। ਸੱਚ ਸਭਾ ਦੀ ਬਾਣ ਸੱਚ ਸੱਚੇ ਪਹਿ ਧਰਿਓ। ਹੁਣ ਅੱਗੇ ਇੱਕ ਜ਼ਿਕਰ ਪ੍ਰਸ਼ਨ ਬਣਦਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਸਤਿਗੁਰੂ ਗੁਰੂ ਨਾਨਕ ਸਰੂਪ ਨੂੰ ਕਲਯੁਗ ਦੇ ਰਾਜੇ ਕਿਹਾ ਜਾਂਦਾ। ਕਲਯੁਗ ਦੇ ਜਿਹੜਾ ਅਧਿਆਤਮਕ ਰਾਜ ਹੈ, ਉਹਦਾ ਮੁੱਢ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ। ਤਾਂ ਗੁਰੂ ਸੰਗਤ ਜਾਣਨਾ ਚਾਹੇਗੀ ਜਾਂ ਜਗਿਆਸੂ ਜਾਣਨਾ ਚਾਹੇਗੀ ਕਿ ਉਹਨਾਂ ਦੇ ਅਧਿਆਤਮਕ ਰਾਜ ਦਾ ਕਿਵੇਂ ਪਤਾ ਲੱਗੇ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸੱਚ ਸਭਾ ਦੀ ਬਾਣ ਸੱਚ, ਕਿ ਜਿੰਨੀ ਕਾਇਨਾਤ ਸਾਜੀ ਹੈ ਇਹ ਸਾਰੀ ਗੁਰੂ ਨਾਨਕ ਸਰੂਪ ਤੋਂ ਪੈਦਾ ਹੋਈ। ਇਸ ਕਰਕੇ ਗੁਰੂ ਨਾਨਕ ਸਰੂਪ ਨੂੰ ਸਾਰਿਆਂ ਦੇ ਅੰਦਰਲੇ ਸੱਚ ਦਾ ਪਤਾ ਹੈ। ਫਿਰ ਕਹਿੰਦੇ ਜਦੋਂ ਉਹ ਸ੍ਰਿਸ਼ਟੀ 'ਤੇ ਉਤਰੇ ਹਨ, ਦੀ ਬਾਣ ਸੱਚ, ਜਦੋਂ ਉਹਨਾਂ ਨੇ ਸ੍ਰਿਸ਼ਟੀ 'ਤੇ ਆ ਕੇ ਉਪਦੇਸ਼ ਆਰੰਭ ਕੀਤਾ ਹੈ, ਉਹਨਾਂ ਦੇ ਸਾਹਮਣੇ ਜਿਹੜਾ ਵੀ ਆਇਆ ਉਹਦੇ ਅੰਦਰਲੇ ਸੱਚ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪਤਾ। ਹੁਣ ਜਿਵੇਂ ਕਾਨੂੰਨੀ ਅਦਾਲਤਾਂ ਜਿਹੜੀਆਂ ਨਿਆਂ ਕਰਦੀਆਂ ਨੇ, ਜਿਹੜਾ ਉਹਨਾਂ ਦੇ ਸਾਹਮਣੇ ਅਪਰਾਧੀ ਬੰਦਾ ਮੂੰਹ ਤੋਂ ਝੂਠ ਬੋਲ ਰਿਹਾ ਹੁੰਦਾ ਹੈ, ਉਹਨਾਂ ਨੂੰ ਤਾਂ ਉਹਦੇ ਮੂੰਹ 'ਤੇ ਯਕੀਨ ਹੁੰਦਾ, ਅੰਦਰ ਕੀ ਉਹਦੀ ਹਾਲਤ ਨਹੀਂ ਪਤਾ। ਪਰ ਗੁਰੂ ਨਾਨਕ ਸਰੂਪ ਬਾਰੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਘਟ ਘਟ ਕੇ ਅੰਤਰ ਕੀ ਜਾਣਤ, ਕਿ ਸੱਜਣ ਠੱਗ ਵਰਗੇ ਨੇ ਕੀ ਬਣਾਇਆ ਸੀ ਆਪਣਾ ਭੇਖ ਕਿ ਮੈਂ ਬੜਾ ਧਰਮਾਤਮਾ ਹਾਂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣਾ ਦੀਵਾਨ ਉਹਦੇ ਘਰ ਜਾ ਕੇ ਲਾਇਆ, ਕੀਰਤਨ ਕੀਤਾ, ਕੁਝ ਘੜੀਆਂ ਬੈਠੇ ਅਤੇ ਕਹਿਣ ਲੱਗਾ ਮੈਂ ਆਏ ਗਏ ਦੀ ਬੜੀ ਸੇਵਾ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ। ਫਿਰ ਗੁਰੂ ਸਾਹਿਬ ਜੀ ਨੇ ਉਹਦਾ ਨਿਆਂ ਕਿਵੇਂ ਕੀਤਾ, ਸ਼ਬਦ ਦਾ ਉਚਾਰਨ ਕੀਤਾ। ਗੁਰੂ ਸਾਹਿਬ ਜੀ ਨੇ ਉਜਲ ਕਹਿਆ ਚਿਲਕਣਾ ਘੋਟਿਮ ਕਾਲੜੀ ਮਸ, ਉਹਦੇ ਅੰਦਰ ਦੀ ਹਾਲਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਿਆਨ ਕਰ ਦਿੱਤੀ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਦੀਵਾਨ ਸੱਚ, ਕਿ ਜਿਹੜਾ ਭਾਵ ਕਿ ਜਿਹੜਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਅਧਿਆਤਮਕ ਰਾਜ ਲੈ ਕੇ ਪ੍ਰਗਟੇ ਹਨ ਅਤੇ ਸੰਸਾਰ ਦੇ ਕਿਸੇ ਪ੍ਰਾਣੀ ਦੀ ਕਿਵੇਂ ਵੀ ਤਰ੍ਹਾਂ ਦੀ ਜਿਹੜੀ ਹਾਲਤ ਹੈ ਉਹ ਉਹਨਾਂ ਤੋਂ ਛਪੀ ਨਹੀਂ ਹੈ, ਅਤੇ ਉਹਨੂੰ ਜਾਚ ਕੇ ਹੀ ਗੁਰੂ ਨਾਨਕ ਸਰੂਪ ਨੇ ਉਹਨਾਂ ਦੇ ਨਾਲ ਉਵੇਂ ਹੀ ਨਿਆਂ ਕੀਤਾ ਹੈ। ਅੱਗੇ ਆਖਦੇ ਹਨ, ਸੱਚੇ ਪਹਿ ਧਰਿਓ। ਹਰ ਇੱਕ ਨੂੰ ਉਹਦੇ ਸੱਚ ਸਰੂਪ ਦਾ ਗਿਆਨ ਕਰਾਇਆ ਤਾਂ ਕਿ ਉਹ ਮਾਲਕ ਦੇ ਨੇੜੇ ਹੋ ਸਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ। ਸੱਚੈ ਤਖਤ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਜਿਵੇਂ ਦੁਨਿਆਵੀ ਰਾਜਿਆਂ ਦੇ ਤਖਤ ਨੇ, ਜਿੰਨਾ ਚਿਰ ਉਹ ਖੁਦ ਉਹਦੇ ਉੱਪਰ ਬਿਰਾਜਮਾਨ ਰਹਿਣ ਉਦੋਂ ਤੱਕ ਉਹਦਾ ਪ੍ਰਤਾਪ ਚੱਲਦਾ ਹੈ। ਉਸ ਤੋਂ ਬਾਅਦ ਉਹਨਾਂ ਦੇ ਪ੍ਰਤਾਪ ਦੀ ਕੋਈ ਗਵਾਹੀ ਨਹੀਂ ਭਰਦਾ, ਕੋਈ ਲੱਛਣ ਨਹੀਂ ਬਾਕੀ ਬਚਦਾ। ਪਰ ਗੁਰੂ ਸਾਹਿਬ ਜੀ ਕਹਿੰਦੇ, ਸੱਚੈ ਤਖਤ ਨਿਵਾਸ। ਗੋਰਖਮਤੇ ਵਿਖੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਹਿਮਤ ਪ੍ਰਗਟੀ ਸੀ, ਤਾਂ ਉਹਨਾਂ ਨੇ ਇੱਕ ਪਿੱਪਲ ਨੂੰ ਜਲਾ ਦਿੱਤਾ ਸੀ। ਤਾਂ ਉਸ ਤੋਂ ਬਾਅਦ ਗੁਰੂ ਕਿਰਪਾ ਦੇ ਨਾਲ ਜਦੋਂ ਪਿੱਪਲ ਜੋ ਉੱਪਰ ਉੱਠ ਗਿਆ ਅਤੇ ਕਿਆ ਇਵੇਂ ਹਰਾ ਰਹੇਗਾ। ਅੱਜ ਤੱਕ ਉਹ ਕਹਿੰਦੇ ਜ਼ਿਕਰ ਉਵੇਂ ਮਿਲਦਾ ਹੈ। ਇੱਕ ਤਰਫ ਉਹ ਜਲਿਆ ਹੋਇਆ ਹੈ, ਪਰ ਦੂਜੇ ਤਰਫ ਉਹ ਪਿੱਪਲ ਪੂਰਾ ਹਰਾ ਹੈ। ਸੱਚੈ ਤਖਤ ਨਿਵਾਸ, ਕਿ ਉਹਨਾਂ ਦੇ ਅਟੱਲ ਰਾਜ ਦੇ ਲੱਛਣ ਅੱਜ ਵੀ ਮੌਜੂਦ ਹਨ। ਇਸੇ ਤਰ੍ਹਾਂ ਜਿਹੜੇ ਮੀਠੇ ਰਿੱਠੇ ਜਿਹੜੇ ਉਹਨਾਂ ਦੀ ਸਾਖੀ ਦਾ ਪ੍ਰਮਾਣ ਹੈ, ਉਹ ਅੱਜ ਵੀ ਉਸੇ ਤਰ੍ਹਾਂ ਅਟੱਲ ਹੈ। ਵਲੀ ਕੰਧਾਰੀ ਦੇ ਜਿਹੜੇ ਹੰਕਾਰ ਦੀ ਨੁਮਾਇਸ਼ ਨੂੰ, ਉਹਦੀ ਜੜਤਾ ਨੂੰ ਜਿਹੜਾ ਗੁਰੂ ਨਾਨਕ ਨੇ ਆਪਣੇ ਕੋਮਲ ਸਰੂਪ ਦੇ ਨਾਲ ਨਿਸ਼ਾਨ ਰੂਪ ਕਰਕੇ ਸੰਬੋਧਨ ਨਵਾਜਿਆ ਸੀ,
ਉਹ ਅੱਜ ਵੀ ਕਾਇਮ। ਇਸ ਕਰਕੇ ਬਾਣੀ ਦੇ ਵਿੱਚ ਵਾਕ ਆਉਂਦਾ ਹੈ, ਗੁਰੂ ਭਾਈ ਗੁਰਦਾਸ ਸਾਹਿਬ ਜੀ ਨੇ ਵਾਕ ਕਿਹਾ ਹੋਇਆ ਹੈ ਕਿ ਜਿੱਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਇਸ ਕਰਕੇ ਜ਼ਿਕਰ ਕਰਦੇ ਹਨ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ, ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮੁਬਾਰਕ ਖੜਾਵਾਂ ਦੀ ਵੀ ਪੂਜਾ ਕੀਤੀ। ਇਸ ਕਰਕੇ ਆਖਦੇ ਨੇ ਸੱਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ। ਅੱਗੇ ਜ਼ਿਕਰ ਕਰਦੇ ਹਨ ਸੱਚ ਸਿਰਜਿਓ ਸੰਸਾਰ। ਗੁਰੂ ਨਾਨਕ ਨੇ ਜਦੋਂ ਧਰਤੀ 'ਤੇ ਆ ਕੇ ਆਪਣੇ ਅਕਾਲ ਸਰੂਪ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਆਪਣਾ ਪੰਥ ਚਲਾਉਣ ਆਇਆ ਹਾਂ ਜਾਂ ਮੈਂ ਆਪਣਾ ਕੋਈ ਵਿਸ਼ੇਸ਼ ਮਜ਼ਹਬ ਚਲਾਉਣ ਆਇਆ ਹਾਂ। ਉਹਨਾਂ ਨੇ ਨਾਮ ਹੀ ਸਾਨੂੰ ਉਹ ਦਿੱਤਾ ਜਿਹੜਾ ਸਾਡੇ ਸੱਚ ਹੋਣ ਦੀ ਤਰਜਮਾਨੀ ਕਰਦਾ ਹੈ। ਸਿੱਖ ਦਾ ਭਾਵ ਕੀ ਹੈ ਕਿ ਜਿਹੜਾ ਸੱਚ ਦੀ ਪਛਾਣ ਕਰਕੇ ਨਿਰਮਲ ਆਚਰਣ ਧਾਰਨ ਕਰੇ, ਜਿਹਦੇ ਵਿੱਚ ਭਗਤੀ, ਗਿਆਨ, ਵਿਵੇਕ ਅਤੇ ਧਰਮ ਦੇ ਸਾਰੇ ਸ਼ੁਭ ਗੁਣ ਪ੍ਰਫੁੱਲਤ ਹੋਣ, ਐਸੀ ਸ਼ਖਸੀਅਤ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖ ਦਾ ਨਾਮ ਦਿੱਤਾ। ਅਤੇ ਭਾਈ ਗੁਰਦਾਸ ਸਾਹਿਬ ਜੀ ਆਖਦੇ ਹਨ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਨੇ ਇੱਕ ਨਿਰਮਲ ਪੰਥ ਚਲਾਇਆ ਹੈ। ਇਹਦੇ ਵਿੱਚ ਇਸਲਾਮ ਵਾਲਾ ਆਏਗਾ, ਉਹਦੇ ਅੰਦਰ ਦੀ ਕੱਟੜਤਾ ਦੂਰ ਹੋ ਜਾਏਗੀ, ਉਹਦੇ ਅੰਦਰ ਦੀ ਜਿਹੜੀ ਪਵਿੱਤਰਤਾ ਉਹਦਾ ਪ੍ਰਕਾਸ਼ ਹੋ ਜਾਏਗਾ। ਇਸ ਨਿਰਮਲ ਪੰਥ ਦੇ ਵਿੱਚ ਬ੍ਰਾਹਮਣ ਕਰਮਕਾਂਡੀ ਪੰਡਤ ਆਏਗਾ, ਉਹਦੇ ਕਰਮਕਾਂਡ ਦਾ ਗਿਆਨ ਪੈਦਾ ਹੋਏਗਾ ਅਤੇ ਉਹ ਵਿਅਰਥ ਕਿਸਮ ਦੇ ਕਰਮਾਂ ਤੋਂ ਛੁੱਟ ਜਾਏਗਾ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਸੱਚ ਸਿਰਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ। ਕਹਿੰਦੇ ਇਸ ਕਰਕੇ ਆਪ ਅਭੁੱਲ। ਜਿਹੜੇ ਹੋਰ ਕਈ ਜਿਵੇਂ ਅਸੀਂ ਜਦੋਂ ਅਵਤਾਰਾਂ ਦੇ ਜੀਵਨ ਦੀ ਗੱਲ ਕਰਦੇ ਹਾਂ ਤਾਂ ਕਈ ਦਫਾ ਆਖਦੇ ਹਾਂ ਜੀ ਆਹ ਪੱਖ ਉਹਨਾਂ ਦੇ ਜੀਵਨ 'ਚ ਅਧੂਰਾ ਹੈ, ਭਾਵੇਂ ਸਾਨੂੰ ਉਨੀ ਉੱਚੀ ਮੱਤ ਨਹੀਂ ਹੁੰਦੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਆਪ ਅਭੁੱਲ ਨਾ ਭੁੱਲੋ। ਜਿੰਨੀ ਨਵਾਜ਼ਿਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਧਰਤੀ 'ਤੇ ਕਰਨੀ ਸੀ ਉਹਨੂੰ ਕਰ ਦਿੱਤੀ ਅਤੇ ਉਹਨੂੰ ਅੱਗੇ ਲੜੀਵਾਰ ਚਲਾਈ ਰੱਖਿਆ। ਅੱਗੇ ਜ਼ਿਕਰ ਕਰਦੇ ਹਾਂ ਰਤਨ ਨਾਮ ਅਪਾਰ ਕੀ ਮਨਹੁ ਪਵੈ ਅਮੁੱਲੋ। ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਮੋਲਕ ਰਤਨ ਨਾਮ ਬਾਣੀ ਦੇ ਰੂਪ ਵਿੱਚ ਦਿੱਤਾ, ਜਿਹਦੀ ਅਜੇ ਤੱਕ ਕਿਸੇ ਤਰ੍ਹਾਂ ਕੀਮਤ ਨਹੀਂ ਪਾਈ ਜਾ ਸਕਦੀ। ਜਦ ਨਾ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਿਆਈ 'ਤੇ ਸੁਭਾਏਮਾਨ ਹੋਏ ਤਾਂ ਸਿੱਧ ਉਹਨਾਂ ਦੇ ਪਾਸ ਆਏ ਪਰਖ ਕਰਨ ਦੇ ਲਈ ਕਿ ਗੁਰੂ ਨਾਨਕ ਜੋਤ ਸਰੂਪ ਸੰਪੂਰਨ ਹੈ ਕਿ ਨਹੀਂ, ਜਿਹੜੇ ਉਹਨਾਂ ਦੀ ਗੁਰਿਆਈ ਦੇ ਉੱਪਰ ਬਿਰਾਜਮਾਨ ਹਨ। ਉਹਨਾਂ ਨੇ ਆ ਕੇ ਆਖਿਆ ਜੀ ਤੁਹਾਡੀ ਮੁਕਤੀ ਕਿਵੇਂ ਹੋਈ? ਗੁਰੂ ਨਾਨਕ ਸਾਹਿਬ ਤਾਂ ਅਕਾਲ ਸਰੂਪ ਸਨ, ਤਾਂ ਕਰਕੇ ਮੁਕਤ। ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵਾਕ ਉਸਾਰੇ ਸਨ, ਦੀਖਿਆ ਆਖ ਬੁਝਾਇਆ ਸਿਵਤੀ ਸੱਚ ਸਮੇਓ ਤਿਨ ਕਉ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਕਿ ਸਾਨੂੰ ਗੁਰੂ ਨਾਨਕ ਨੇ ਆਪਣੇ ਉਪਦੇਸ਼ ਨਾਲ ਨਿਵਾਜ ਦਿੱਤਾ ਹੈ ਅਤੇ ਉਹਨਾਂ ਦੇ ਮੁਖ ਤੋਂ ਉਪਦੇਸ਼ ਪ੍ਰਾਪਤ ਹੋਣਾ ਹੀ ਸਾਡੇ ਜੀਵਨ ਦੀ ਕਲਿਆਣ ਹੈ। ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਉੱਪਰ ਕਿਰਪਾਲਤਾ ਹੋਈ ਉਹ ਸਦੀਵੀ ਸੁੱਖਾਂ ਦੇ ਸਹਿਤ ਹੋਏ। ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੌੜ ਫਿਰ ਜੋਨ ਨਾ ਆਏ। ਜਿਨ੍ਹਾਂ ਨੇ ਇੱਕ ਵਾਰੀ ਗੁਰੂ ਨਾਨਕ ਚਰਨ ਨੂੰ ਪਰਸ ਲਿਆ ਫਿਰ ਉਹਨਾਂ ਦੇ ਆਵਾਗਮਨ ਦਾ ਭਰਮ। ਇਸ ਕਰਕੇ ਬਾਣੀ ਵਿੱਚ ਆਉਂਦਾ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਸੂਫੀਆਂ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ ਹੈ ਗੁਰੂ ਦੇ ਸੰਬੰਧ ਦੇ ਵਿੱਚ, ਉਹਨੂੰ ਮੁਰਸ਼ਿਦ ਸ਼ਬਦ ਹੈ। ਕਹਿੰਦੇ ਜਿਹੜਾ ਸੰਪੂਰਨ ਗੁਰੂ ਹੈ ਉਹ ਧਰਤੀ 'ਤੇ ਆਪ ਉਤਰ ਕੇ ਆਪ ਜਿਨ੍ਹਾਂ ਨੂੰ ਮਿਲਾਉਣਾ ਹੈ ਉਹਨਾਂ ਦੀ ਆਪ ਤਲਾਸ਼ ਕਰਦਾ, ਫਿਰ ਆਪ ਉਹਨਾਂ ਦਾ ਮਾਰਗ ਦਿਖਾ ਕੇ ਖੁਦ ਆਪਣੇ ਵਿੱਚ ਅਭੇਦ ਜ਼ਾਹਰ ਕਰਕੇ ਉਹਨਾਂ ਦਾ ਨਿਸਤਾਰਾ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬੌੜ ਫਿਰ ਜੋਨ ਨਾ ਆਏ। ਅੱਗੇ ਜ਼ਿਕਰ ਕਰਦੇ ਹਨ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦੁਸਤਤ ਕਰੀਐ। ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਨਾਨਕ ਸਰੂਪ ਦਾ ਉੱਪਰ ਬਿਆਨ ਕਰਦੇ ਆਏ ਹਾਂ। ਕੱਲ੍ਹ ਦੇ 4 ਸਵਈਆਂ 'ਚ ਗੁਰੂ ਸਾਹਿਬ ਜੀ ਪਹਿਲਾਂ ਦੇਖੋ ਜ਼ਿਕਰ ਕਰਦੇ ਨੇ ਉਹਨਾਂ ਦਾ ਕਿ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ। ਫਿਰ ਬਾਅਦ ਦੇ ਵਿੱਚ ਆਖ ਦਿੰਦੇ ਹਨ ਹਾਂ ਕਿ ਬਲ 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 ਸਦ ਬਲਹਾਰ। ਅੱਜ ਵੀ ਜ਼ਿਕਰ ਕਰਦੇ ਹਨ, ਉਹਨਾਂ ਦੀ ਕਿਰਪਾ ਰੂਪ ਦਾ ਜ਼ਿਕਰ ਕੀਤਾ ਹੈ। ਸਾਰੇ ਪੰਕਤੀਆਂ ਨੂੰ ਵਿਚਾਰੋ। ਪਹਿਲੇ ਸਵਈਏ 'ਚ ਆਇਆ ਸੀ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਥੇ ਰਹਿਓ। ਬਾਅਦ ਦੇ ਵਿੱਚ ਜ਼ਿਕਰ ਆਇਆ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ। ਫਿਰ ਜ਼ਿਕਰ ਆਇਆ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੌੜ ਫਿਰ ਜੋਨ ਨ ਆਏ। ਕਹਿੰਦੇ ਹੁਣ ਇਹ ਸਾਰਾ ਜ਼ਿਕਰ ਕਰਦਿਆਂ, ਕਿਉਂਕਿ ਸੰਸਾਰ ਦੇ ਵਿੱਚ ਜੇ ਕਿਸੇ ਨੂੰ ਭਰਮ ਪੈ ਜਾਵੇ ਕਿ ਗੁਰੂ ਨਾਨਕ ਸਰੂਪ ਦਾ ਪਾਰਾਵਾਰ ਪਾਉਣਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਵਨ ਜੋਗ। 4 ਤਰ੍ਹਾਂ ਦੇ ਜੋਗ ਮੰਨੇ ਹਨ। ਹੱਠ ਜੋਗ, ਇਸੇ ਤਰ੍ਹਾਂ ਲਏ ਜੋਗ ਕਰਕੇ
ਤਾਂ ਜਿਹੜਾ ਪਤੰਜਲ ਦਾ ਯੋਗ ਹੈ, ਕਹਿੰਦੇ ਯੋਗ ਦੇ ਸਾਧਨਾਂ ਦੇ ਨਾਲ ਜਿਹੜੇ ਸਿੱਧ ਹਨ ਉਹ ਨਿਰਵਿਕਲਪ ਸਮਾਧੀ ਤੱਕ ਪੁੱਜ ਜਾਂਦੇ ਹਨ। ਪਰ ਕਹਿੰਦੇ ਗੁਰੂ ਨਾਨਕ ਦਾ ਸਰੂਪ ਉਹਦੇ ਤੋਂ ਵੀ ਪਰਾਂ ਹੈ। ਭਾਵ ਕਿ ਪੂਰੀ ਜਿਹੜੀ ਸੁਰਤ ਨੂੰ ਪਰਮਾ ਭੇਦਤਾ ਨਾਲ ਜੋੜ ਲੈਣਾ, ਉਸ ਤੋਂ ਵੀ ਗੁਰੂ ਨਾਨਕ ਸਾਹਿਬ ਪਰੇ ਹਨ। ਅੱਗੇ ਆ ਕਹਿੰਦੇ ਨੇ ਕੌਣ ਗਿਆਨ ਧਿਆਨ, ਕਿ ਜੇ ਕੋਈ ਸ਼ਾਸਤਰਾਂ ਨੂੰ ਲਿਖਣਾ ਸ਼ੁਰੂ ਕਰ ਦੇਵੇ, ਗਿਆਨ ਦੇ ਵਿੱਚ ਮਤਲਬ ਜਿੰਨੇ ਗੁਰੂ ਨਾਨਕ ਸਾਹਿਬ ਦੇ ਕੌਤਕ ਪ੍ਰਗਟੇ ਹਨ ਉਹਨਾਂ ਦੀ ਬੜੀ ਬਾਰੀਕ ਬੀਨ ਵਿਆਖਿਆ ਕਰਨ ਲੱਗ ਪਏ, ਤਾਂ ਗੁਰੂ ਸਾਹਿਬ ਜੀ ਕਹਿੰਦੇ ਗਿਆਨ ਦੇ ਨਾਲ ਵੀ ਉਹਨਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਫਿਰ ਕਹਿੰਦੇ ਜੇ ਕੋਈ ਸੋਚੇ ਕਿ ਮੈਂ ਉਹਨਾਂ ਦੀ ਉਸਤਤ ਕਰਨੀ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਕਾਵਿ ਦੇ ਭੇਦ ਹਨ, ਭਾਵੇਂ ਜਿੰਨੀ ਵੱਡੀ ਮਰਜ਼ੀ ਸਿਫਤ ਕੀਤੀ ਜਾਵੇ, ਕਵਨ ਬਿਦ ਉਸਤਤ ਕਰੀਏ। ਇੱਕ ਪਾਸੇ ਸਾਨੂੰ ਸੁਚੇਤ ਵੀ ਕਰਦੇ ਹਨ, ਨਾਲ ਨਾਲ ਸਾਡੀ ਅਸਮਰੱਥਾ ਦਾ ਵੀ ਪ੍ਰਗਟਾਵਾ ਗੁਰੂ ਅਰਜਨ ਦੇਵ ਸਾਹਿਬ ਜੀ ਕਰ ਰਹੇ ਹਨ ਕਿ ਨਾ ਉਹਨਾਂ ਦੇ ਸਰੂਪ ਦਾ ਪਾਰਾਵਾਰ ਪਾਇਆ ਜਾ ਸਕਦਾ, ਨਾ ਉਹਨਾਂ ਦੀ ਹਸਤੀ ਦੇ ਭੇਦ ਦੇ ਬਰਾਬਰ ਪੁੱਜਿਆ ਜਾ ਸਕਦਾ ਹੈ, ਅਤੇ ਨਾ ਹੀ ਉਹਨਾਂ ਦੀ ਉਸਤਤ ਦਾ ਕੋਈ ਐਸਾ ਵੱਡਾ ਢੰਗ ਲੱਭਿਆ ਜਾ ਸਕਦਾ। ਅੱਗੇ ਆਖਦੇ ਨੇ ਕਿਉਂ ਸਿੱਧ ਸਾਧਿਕ ਤੇ 30 ਕੋਰ ਤੇ ਰਕੀਮ ਨਾ ਪਰੀਏ। ਕਹਿੰਦੇ ਜਿਹੜੇ 84 ਸਿੱਧਾਂ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ ਸੀ, ਉਹ ਇੰਨੀਆਂ ਵੱਡੀਆਂ ਕਰਾਮਾਤਾਂ ਦੇ ਮਾਲਕ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਪਹੁੰਚ ਸਕੇ। ਇੱਕ ਪ੍ਰਮਾਣ ਰੱਖਦੇ ਹਾਂ, ਜਦੋਂ ਗੁਰੂ ਸਾਹਿਬ ਜੀ ਸਿੱਧਾਂ ਕੋਲ ਗਏ ਅਤੇ ਉਹਨਾਂ ਨੇ ਕਿਹਾ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗਿਆ ਨੇੜੇ ਇੱਕ ਟੋਭਾ, ਉਹਦੇ 'ਚ ਜਲ ਭਰ ਲਿਆਓ। ਅਤੇ ਉਹਨਾਂ ਨੇ ਕਰਾਮਾਤ ਦੇ ਨਾਲ ਸਾਰਾ ਕੁਝ ਉੱਥੇ ਮੋਤੀਆਂ ਆਦਿਕ ਦਾ ਬਣਾ ਦਿੱਤਾ। ਸੋਚਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਕਰਾਮਾਤ ਦਿਖਾਉਣਗੇ ਪਤਾ ਲੱਗੇ ਸਾਡੇ ਤੋਂ ਵੱਡੇ ਕਿ ਛੋਟੇ। ਗੁਰੂ ਨਾਨਕ ਦੇਵ ਸਾਹਿਬ ਜੀ ਉਵੇਂ ਵਾਪਸ ਆ ਕੇ ਕਹਿਣ ਲੱਗੇ ਤੁਹਾਨੂੰ ਤਾਂ ਇੰਨਾ ਨਹੀਂ ਪਤਾ ਵੀ ਫਲਾਣੇ ਜਿਹੜਾ ਟੋਭਾ ਉਹਦੇ ਵਿੱਚ ਮੋਤੀ ਪਏ ਹੋਏ ਹਨ, ਤੁਸੀਂ ਮੈਨੂੰ ਪਾਣੀ ਲੈਣ ਭੇਜ ਦਿੱਤਾ। ਉਹ ਬੜੇ ਸ਼ਰਮਸਾਰ ਹੋਏ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿੱਧ ਸਾਧਿਕ 33 ਕਰੋੜ ਦੇਵਤੇ ਤਿਰ ਕੀਮ ਨਾ ਪਰੀਐ। ਫਿਰ ਵੀ ਗੁਰੂ ਨਾਨਕ ਸਰੂਪ ਦੀ ਕੀਮਤ ਨਹੀਂ ਪੈਂਦੀ। ਅੱਗੇ ਆਖਦੇ ਨੇ ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨਾ ਪਾਏ। ਬ੍ਰਹਮਾ ਵਰਗੇ ਵੱਡੇ ਸ੍ਰਿਸ਼ਟੀ ਦੀ ਰਚਨਾ ਦਾ ਭੇਦ ਧਾਰਨ ਕਰਨ ਵਾਲੇ 4 ਵੇਦਾਂ ਦੇ ਵਿਖਿਆਤਾ ਸਨਕਾਦ, ਉਹਦੇ 4 ਪੁੱਤਰ ਸਨਕ ਸਨੰਦਨ ਸਨਤ ਕੁਮਾਰ, ਕਹਿੰਦੇ ਸੇਖ ਗੁਣ ਅੰਤ ਨਾ ਪਾਏ। ਬੜੇ ਚਿਰ ਦੀ ਸਿਫਤ ਕਰ ਰਹੇ ਹਨ ਪਰ ਅੰਤ ਨਹੀਂ ਪਾਉਂਦੇ। ਅਗਾਹੋ ਗਹਿਓ ਨਹੀਂ ਜਾਏ, ਕਿ ਜਿਹੜੀ ਕਾਇਨਾਤ ਗੁਰੂ ਨਾਨਕ ਤੋਂ ਪਹਿਲਾਂ ਵੀ ਹੋ ਗਈ ਹੈ, ਜਿਹੜੇ ਸਤਯੁਗ ਦੇ ਵਿੱਚ ਪ੍ਰਗਟੇ ਹਨ, ਕਹਿੰਦੇ ਉਹ ਵੀ ਪੂਰਾ ਭੇਦ ਨਹੀਂ ਪਾ ਸਕੇ। ਪੂਰ ਸਰਬ ਰਹਿਓ ਸਮਾਏ। ਅੱਗੇ ਜ਼ਿਕਰ ਕਰਦੇ ਹਨ ਜਿਹ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ। ਕਹਿੰਦੇ ਸਾਨੂੰ ਤਾਂ ਗੁਰੂ ਨਾਨਕ ਦੀ ਰਹਿਮਤ ਕੇਵਲ ਇੰਝ ਹੀ ਮੰਨਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੇ ਗਿਆਨ ਰੂਪ ਅੰਮ੍ਰਿਤ ਉਪਦੇਸ਼ ਦੇ ਨਾਲ ਸਾਡੀ ਸਾਰਿਆਂ ਦੀ ਮਾਇਆ ਰੂਪ ਮੋਹ ਦੇ ਬੰਧ ਕੱਟ ਕੇ ਸਾਡੇ 'ਤੇ ਦਇਆਲਤਾ ਕੀਤੀ ਹੈ ਅਤੇ ਸਾਨੂੰ ਭਗਤੀ ਦਾ ਮਾਰਗ ਦ੍ਰਿੜ ਕਰਵਾਇਆ। ਹਰ ਗੁਰ ਨਾਨਕ ਜਿਨ ਪਰਸਿਓ ਅਤੇ ਇਤ ਉਤ ਸਦਾ ਮੁਕਤੇ। ਕਹਿੰਦੇ ਜਿਨ੍ਹਾਂ ਨੇ ਉਹਨਾਂ ਦੇ ਚਰਚ ਪਰਸੇ ਹਨ ਉਹ ਲੋਕ ਪਰਲੋਕ ਵਿੱਚ ਮੁਕਤੀ ਦੇ ਸਹਿਤ ਹੋਏ ਹਨ। ਪ੍ਰਭ ਦਾ ਤਉ ਦਾ ਤਾਰ ਪਰਿਓ ਜਾਚਕ ਇੱਕ ਸਰਨਾ। ਹੁਣ ਅੰਤਮ ਸਵਈਏ ਦੇ ਵਿੱਚ 9ਵੇਂ ਸਵਈਏ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਜਿਸ ਸਰੂਪ ਦੀ ਸਿਫਤ ਕਰਨੀ ਹੈ, ਜਿਹਦਾ ਜ਼ਿਕਰ ਕੀਤਾ ਹੈ, ਉਹਦੇ ਕੋਲੋਂ ਕੋਈ ਉਹਦਾ ਦਾਨ ਵੀ ਮੰਗਣਾ ਹੈ ਜਿਹਦੇ ਸਰਕਾ ਸਾਡੇ ਜੀਵਨ ਦਾ ਵੀ ਕਲਿਆਣ ਹੋ ਜਾਵੇ, ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹੈ ਗੁਰੂ ਨਾਨਕ ਅਕਾਲ ਪੁਰਖ ਸਰੂਪ ਪ੍ਰਭ ਦਾਤੋ ਦਾਤਾਰ। ਭਗਤੀ ਤੋਂ ਲੈ ਕੇ ਸੰਸਾਰ ਤੱਕ ਦੀਆਂ ਸਾਰੀਆਂ ਦਾਤਾਂ, ਮੁਕਤੀ ਤੋਂ ਲੈ ਕੇ ਆਪਣੇ ਸਰੂਪ ਦੀ ਇਹ ਭੇਦਤਾ ਦਾ ਸਾਰਾ ਜਿਹੜਾ ਤਾਣ ਹੈ ਉਹ ਤੇਰੇ ਪਾਸ ਔਰ ਤੂੰ ਦਾਤਾਰ ਹੈ। ਪਰਿਓ ਜਾਚਕ ਇੱਕ ਸਰਨਾ, ਤੁਹਾਡੀ ਸ਼ਰਨ ਪੜੇ ਹਾਂ। ਮਿਲੈ ਦਾਨ ਸੰਤਰੇਨ ਜਿਹੇ ਲਗ ਭੌਜਲ ਤਰਨਾ। ਕਿਰਪਾ ਕਰੋ ਐਸੇ ਸੰਤ ਪੁਰਖਾਂ ਦੀ ਰੇਣ ਪ੍ਰਾਪਤ ਹੋਵੇ ਜਿਨ੍ਹਾਂ ਨੂੰ ਮਿਲ ਕੇ ਤੁਹਾਡੇ ਸਰੂਪ ਦਾ ਅਭਿਆਸ, ਭਗਤੀ ਦੇ ਸਦ ਮਾਰਗ ਦਾ, ਧਰਮ ਦੀ ਸ਼ੁਭ ਲਖਤਾ ਦਾ, ਗਿਆਨ ਮਾਰਗ ਦਾ ਪਤਾ ਲੱਗੇ ਅਤੇ ਭੌਜਲ ਸੰਸਾਰ ਸਮੁੰਦਰ ਤੋਂ ਤਰ ਜਾਈਏ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾ ਰਹੇ ਹਨ ਕਿ ਸਤਿਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀਓ ਆਪ ਦੇ ਸਨਮੁਖ ਇੱਕ ਬੇਨਤੀ ਕਰਦੇ ਹਾਂ, ਕਿਰਪਾ ਕਰਕੇ ਸੁਣੋ ਜੇ ਤੁਹਾਨੂੰ ਭਾ ਜਾਵੇ। ਦੇਹੋ ਦਰਸ ਮਨ ਚਾਓ ਭਗਤ ਮਨ ਠਹਿਰਾਵੇ। ਭਗਤ ਰੂਪ ਸਾਡਾ ਜੀਵਨ ਬਣ ਜਾਏ ਅਤੇ ਜਿਹੜਾ ਤੁਹਾਡੇ ਸਰੂਪ ਦਾ ਜ਼ਿਕਰ ਸੁਣਿਆ, ਇਹੋ ਜਿਹੇ ਦਰਸ਼ਨਾਂ ਦੀ ਮਨ ਦੇ ਅੰਦਰ ਚਾਹਤ ਪੈਦਾ ਹੋ ਜਾਵੇ ਤਾਂ ਮਨ ਠਹਿਰਾਓ ਵਿੱਚ ਆਏਗਾ। ਅੱਗੇ ਜ਼ਿਕਰ ਕਰਦੇ ਹਨ ਬੱਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਕੇ ਕਲਯੁਗ ਵਿੱਚ ਸਤਿਗੁਰੂ ਗੁਰੂ ਨਾਨਕ ਸਰੂਪ ਪ੍ਰਗਟੇ
ਤੇ ਸਾਰੀ ਜਗ੍ਹਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਮੁਬਾਰਕ ਉਪਦੇਸ਼ ਦੇ ਨਾਲ, ਹੁਣ ਗੁਰੂ ਸਾਹਿਬ ਜੀ ਦੀ 4 ਉਦਾਸੀਆਂ ਦਾ ਭ੍ਰਮਣ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਐਸੇ ਭਗਤੀ ਦੇ, ਸਤ ਸੰਗਤ ਦੇ, ਗਿਆਨ ਦੇ, ਆਪਣੀ ਕਿਰਪਾ ਦੇ ਐਸੇ ਦੀਪਕ ਜਗਾਏ ਕਿ ਸਾਰੇ ਪਾਸੇ ਇੱਕ ਧਰਮ ਦਾ ਪ੍ਰਕਾਸ਼ ਹੋ ਗਿਆ ਤੇ ਹਰ ਹਿਰਦੇ ਵਿੱਚ ਗੁਰੂ ਨਾਨਕ ਦੀ ਜੋਤ ਮੌਲਦੀ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਕਿ ਅਸੀਂ ਜਿਸ ਵੀ ਰੂਪ ਦੇ ਵਿੱਚ ਦੇਖਦੇ ਹਾਂ, ਗੁਰੂ ਨਾਨਕ ਸਰੂਪ ਸਾਰਿਆਂ ਭਵਨਾਂ, ਸਾਰਿਆਂ ਸਰੀਰਾਂ, ਸਾਰਿਆਂ ਰੂਪਾਂ, ਰੰਗਾਂ, ਆਕਾਰਾਂ ਦੇ ਵਿੱਚ ਵਾਸ ਕਰਦਿਆਂ ਹੋਇਆਂ ਵੀ ਗੁਰ ਪਾਰ ਬ੍ਰਹਮ, ਇਹਨਾਂ ਸਾਰਿਆਂ ਦੀ ਲਖਤਾ ਤੋਂ ਪਾਰ ਬ੍ਰਹਮ ਭਾਵ ਪਾਰ ਵੀ ਹਨ। ਦੇਹਾਂ ਵਿੱਚ ਵੀ ਵਿਆਪਤ ਹਨ, ਪਰ ਦੇਹਾਂ ਤੋਂ ਬਾਹਰ ਵੀ ਉਹਨਾਂ ਦਾ ਪ੍ਰਕਾਸ਼ ਹੈ। ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁੱਖ ਬਾਕ ਮਹੱਲਾ 5ਵਾਂ ਦੇ ਅੰਤਰਗਤ 9 ਸਵਈਆਂ ਦੁਆਰਾ ਇਹ ਸਾਨੂੰ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਗੁਰੂ ਨਾਨਕ ਤੇ ਅਕਾਲ ਪੁਰਖ ਜੋਤ ਰੂਪ ਕਰਕੇ ਕਿਵੇਂ ਇੱਕੋ ਹਨ। ਜੇ ਇਸ ਢੰਗ ਦੀ ਸ਼ਬਦ ਵਿਚਾਰ ਦਾ ਭਾਵ ਸਰਵਣ ਕਰਾਂਗੇ ਤਾਂ ਫਿਰ ਜਿਹੜਾ ਇਤਿਹਾਸ ਨੇ ਗੁਰੂ ਨਾਨਕ ਦੇ ਸਰੂਪ ਨੂੰ ਛੋਟਾ ਬਣਾਇਆ ਹੈ, ਕੁਦਰਤੀ ਜਿਹੜਾ ਛੋਟਾ ਇਤਿਹਾਸ ਹਮੇਸ਼ਾ ਛੋਟਾ ਕਰਦਾ ਹੈ, ਅਤੇ ਇਸ ਕਰਕੇ ਫਿਰ ਉਹਦਾ ਜਿਹੜਾ ਛੋਟਾਪਣ ਹੈ, ਸੀਮਤਪੁਣਾ ਹੈ, ਉਹ ਗੁਰੂ ਸਾਹਿਬ ਜੀ ਦਾ ਗਿਆਨ ਹੀ ਤੋੜ ਕੇ ਸਾਨੂੰ ਗੁਰੂ ਦੇ ਬ੍ਰਹਿਮੰਡ ਜਿੱਡੇ ਦਰਸ਼ਨ ਕਰਾਉਂਦਾ ਹੈ, ਜਿਹਦੇ ਵਿੱਚੋਂ ਸਾਨੂੰ ਹਰ ਵਕਤ ਫਿਰ ਇਉਂ ਲੱਗਦਾ ਕਿ ਅਸੀਂ ਗੁਰੂ ਨਾਨਕ ਦੇ ਅੰਗ ਸੰਗ ਹੀ ਹਾਂ। ਗੁਰੂ ਨਾਨਕ ਦੀ ਰਹਿਮਤ ਸਾਡੇ ਨਾਲ ਹੀ ਨਾਲ ਹੈ। ਜੇ ਗੁਰੂ ਨਾਨਕ ਦੇ ਸ਼ਬਦ ਸਰੂਪ ਦਾ ਗਿਆਨ ਹੋਵੇ ਤਾਂ ਹੀ ਭੁਲੇਖਾ ਹੋਏਗਾ, ਨਹੀਂ ਤਾਂ ਅੱਧੀ ਮਨੁੱਖਤਾ ਤਾਂ ਲੜ ਮਰ ਜਾਏਗੀ ਕਿ ਮੈਂ ਨਨਕਾਣਾ ਸਾਹਿਬ ਨਹੀਂ ਜਾ ਸਕਿਆ। ਇਸ ਕਰਕੇ ਸਾਨੂੰ ਇਹ ਸਾਰੀਆਂ ਗੁਰਬਾਣੀ ਦੀਆਂ ਜਿਹੜੀਆਂ ਗਹਿਰੀਆਂ ਰਮਜ਼ਾਂ ਹਨ ਉਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ, ਅਤੇ ਠੀਕ ਅਰਥਾਂ ਦੇ ਵਿੱਚ ਜੋ ਸਤਿਗੁਰੂ ਦਾ ਸਰੂਪ ਹੈ ਉਹਦਾ ਭਾਵ ਆਪਣੇ ਮਨ ਅੰਦਰ ਵਸਾਉਣਾ ਚਾਹੀਦਾ। ਅਤੇ ਜਿਹੜੀ ਅੰਤਮ ਸਵਈਏ 'ਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਸਰੂਪ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਹੈ। ਔਰ ਇੱਕ ਗੱਲ ਫਿਰ ਦੁਬਾਰਾ ਜ਼ਿਕਰ ਕਰਦਿਆਂ ਕਿ ਇਹ ਗੁਰੂ ਸਾਹਿਬ ਜੀ ਭੱਟਾਂ ਨੂੰ ਜਾਚ ਸਿਖਾ ਰਹੇ ਹਨ ਕਿ ਗੁਰੂ ਦੀ ਉਸਤਤ ਕਿਵੇਂ ਕਰਨੀ ਹੈ। ਅਤੇ ਜਦੋਂ ਅੰਤਮ ਵਿੱਚ ਅਰਦਾਸ ਕਰ ਦਿੱਤੀ ਹੈ ਤਾਂ ਭੱਟਾਂ ਨੂੰ ਦੱਸਿਆ ਕਿ ਤੁਹਾਡੀ ਅਰਦਾਸ ਦੇ ਜ਼ਰੀਏ ਹੀ ਤੁਸੀਂ ਗੁਰੂ ਨਾਨਕ ਦੀ ਰਹਿਮਤ ਦੇ ਬਰਾਬਰ ਹੋ ਸਕਦੇ ਹੋ। ਗੁਰੂ ਕਿਰਪਾ ਕਰੇ ਪਾਵਨ ਸ਼ਬਦ ਵਿਚਾਰ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।